ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ जीके ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLS ਵੀ ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 1। ਟਾਈਗਰ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਬਾਘਾਂ ਦੀ ਆਬਾਦੀ ਸਾਲ 2022 ਤੱਕ ਕਿੰਨੀ ਵੱਧ ਗਈ ਹੈ? ਹਾਂਜੀ, 2023 ਦੇ ਵਿੱਚ ਜਨਗਣਨਾ ਹੋਈ ਆ। ਤੁਹਾਨੂੰ ਪਤਾ ਹੈ ਕਿ ਅਸਲ ਦੇ ਵਿੱਚ ਪ੍ਰੋਜੈਕਟ ਟਾਈਗਰ ਨੂੰ 50 ਸਾਲ ਪੂਰੇ ਹੋ ਗਏ ਆ। ਇਹ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਸ਼ੁਰੂ ਹੋਇਆ ਸੀ, ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਸੀ, ਕਿਉਂਕਿ ਬਾਘਾਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਸੀ ਤੇ ਬਹੁਤ ਤੇਜ਼ੀ ਨਾਲ ਘਟ ਰਹੀ ਸੀ। ਇਸ ਕਰਕੇ ਇੰਦਰਾ ਗਾਂਧੀ ਨੇ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਸੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਦੇ 50 ਸਾਲ ਜਿਹੜੇ ਪੂਰੇ ਹੋਏ ਆ ਇਹ ਵਰ੍ਹੇਗੰਢ ਮਨਾਉਣ ਦੇ ਲਈ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਦੇ ਵਿੱਚ ਗਏ ਸੀ ਤੇ ਉੱਥੇ ਉਹਨਾਂ ਨੇ ਟਾਈਗਰ ਜਨਗਣਨਾ ਕਰਵਾਈ, ਜਿਸ ਦੇ ਅਕੋਰਡਿੰਗ ਸਾਲ 2022 ਤੱਕ ਬਾਘਾਂ ਦੀ ਗਿਣਤੀ ਵੱਧ ਕੇ ਕਿੰਨੀ ਹੋ ਗਈ ਆ? 3167 ਹੋ ਗਈ ਆ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਦੇਖੋ, ਪਹਿਲਾਂ ਜਨਗਣਨਾ ਹੋਈ ਸੀ 2006 ਦੇ ਵਿੱਚ, ਜਿਸ ਦੇ ਅਕੋਰਡਿੰਗ ਬਾਘਾਂ ਦੀ ਗਿਣਤੀ 1411 ਸੀ। ਠੀਕ ਹੈ, ਉਸ ਤੋਂ ਬਾਅਦ ਜਨਗਣਨਾ ਹੋਈ 2018 ਦੇ ਵਿੱਚ, ਜਿਹੜੀ ਕਿ 1411 ਤੋਂ ਵੱਧ ਕੇ 2967 ਹੋ ਗਈ ਸੀ ਤੇ ਹੁਣ 2022 ਤੱਕ 2967 ਤੋਂ ਵੱਧ ਕੇ 3167 ਹੋ ਗਈ ਆ ਬਾਘਾਂ ਦੀ ਗਿਣਤੀ ਇੰਡੀਆ ਦੇ ਵਿੱਚ। ਸਭ ਤੋਂ ਵੱਧ ਜਿਹੜੇ ਟਾਈਗਰ ਆ ਉਹ ਕਿਹੜੇ ਰਾਜ ਵਿੱਚ ਪਾਏ ਜਾਂਦੇ ਆ? ਮੱਧ ਪ੍ਰਦੇਸ਼ ਦੇ ਵਿੱਚ। ਇਸ ਜਨਗਣਨਾ ਦੇ ਅਕੋਰਡਿੰਗ 2018 ਦੀ ਜਨਗਣਨਾ ਦੇ ਅਕੋਰਡਿੰਗ ਵੀ ਮੱਧ ਪ੍ਰਦੇਸ਼ 'ਚ ਹੀ ਵੱਧ ਸੀ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਥੇ ਹੀ ਇੰਟਰਨੈਸ਼ਨਲ ਬਿਗ ਕੈਟ ਟਾਈਗਰ ਅਲਾਈਅੰਸ ਦਾ ਜਿਹੜਾ ਉਹ ਵੀ ਸ਼ੁਰੂ ਕੀਤਾ ਵਾ, ਜਾਣੀ ਕਿ ਟਾਈਗਰ ਦੀਆਂ ਜੋ ਬਿੱਲੀਆਂ ਦੀਆਂ ਜੋ ਵੱਡੀਆਂ ਪ੍ਰਜਾਤੀਆਂ ਵਾ, ਜਿਵੇਂ ਬਾਘ, ਸ਼ੇਰ, ਤੇਂਦੂਆ, ਹਿਮ ਤੇਂਦੂਆ, ਚੀਤਾ, ਪਿਊਮਾ, ਜੈਗੁਆਰ, ਇਹ 7 ਬਿੱਲੀਆਂ ਦੀਆਂ ਵੱਡੀਆਂ ਪ੍ਰਜਾਤੀਆਂ ਵਾ। ਇਹਨਾਂ ਦੀ ਸਾਂਭ ਸੰਭਾਲ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਰਨਾਟਕ ਦੇ ਬਾਂਦੀਪੁਰ ਨੈਸ਼ਨਲ ਪਾਰਕ ਜਾਂ ਟਾਈਗਰ ਰਿਜ਼ਰਵ ਦੇ ਵਿੱਚ ਅੰਤਰਰਾਸ਼ਟਰੀ ਬਿਗ ਕੈਟ ਅਲਾਈਅੰਸ ਸ਼ੁਰੂ ਕੀਤਾ ਵਾ ਪ੍ਰੋਜੈਕਟ। ਇਹ ਤੁਹਾਨੂੰ ਅੱਜ ਤੋਂ 3 ਸਾਲ ਬਾਅਦ ਵੀ ਪੁੱਛਿਆ ਜਾ ਸਕਦਾ ਕਿ ਅੰਤਰਰਾਸ਼ਟਰੀ ਬਿਗ ਕੈਟ ਅਲਾਈਅੰਸ ਕਿੰਨਾ ਨੇ ਸ਼ੁਰੂ ਕੀਤਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਕਦੋਂ ਸ਼ੁਰੂ ਕੀਤਾ? 2023 ਚ। ਠੀਕ ਹੈ, ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਨੈਕਸਟ ਹੈ, ਬਾਂਦੀਪੁਰ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ ਜਿੱਥੇ ਬਾਘਾਂ ਦੀ ਜਨਗਣਨਾ ਹੋਈ ਹੈ? ਹਾਂਜੀ, ਬਾਘਾਂ ਦੀ ਜਨਗਣਨਾ 2023 ਦੇ ਵਿੱਚ ਹੋਈ ਆ ਜਿਹੜੀ, ਤੇ ਇਹ ਬਾਂਦੀਪੁਰ ਨੈਸ਼ਨਲ ਪਾਰਕ ਦੇ ਵਿੱਚ ਹੋਈ ਆ। ਇਹ ਕਿਹੜੇ ਰਾਜ ਦੇ ਵਿੱਚ ਸਥਿਤ ਆ? ਦੇਖੋ, ਨੈਸ਼ਨਲ ਪਾਰਕ ਆ ਜਿਹੜਾ ਉਹਨਾਂ ਨੂੰ ਹੀ ਬਾਅਦ ਵਿੱਚ ਟਾਈਗਰ ਰਿਜ਼ਰਵ ਘੋਸ਼ਿਤ ਕੀਤੇ ਗਏ ਸੀ ਟਾਈਗਰਾਂ ਦੀ ਸੁਰੱਖਿਆ ਦੇ ਲਈ। ਠੀਕ ਹੈ, ਤਾਂ ਨੈਸ਼ਨਲ ਪਾਰਕ ਆ ਜਿਹੜਾ ਉਹ ਟਾਈਗਰ ਰਿਜ਼ਰਵ ਹੋ ਸਕਦਾ ਵਾ। ਤਾਂ ਬਾਂਦੀਪੁਰ ਨੈਸ਼ਨਲ ਪਾਰਕ ਦੇ ਵਿੱਚ ਜਨਗਣਨਾ ਹੋਈ ਆ, ਉਹ ਮੈਂ ਤੁਹਾਨੂੰ ਆਲਰੇਡੀ ਉੱਪਰ ਦੱਸ ਚੁੱਕੀ ਹਾਂ। ਠੀਕ ਹੈ, ਤੇ ਕਿਹੜੇ ਰਾਜ ਵਿੱਚ ਪੈਂਦਾ ਇਹ ਹੈਗਾ ਜੀ ਕਰਨਾਟਕ ਦੇ ਵਿੱਚ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਠੀਕ ਹੈ, ਨੈਕਸਟ ਹੈ ਜੀ, ਸਾਈਮਨ ਕਮਿਸ਼ਨ ਦੇ ਦੌਰਾਨ ਕਿਹੜੇ ਮਹਾਨ ਨੇਤਾ ਦੀ ਲਾਠੀਚਾਰਜ ਦੇ ਨਾਲ ਮੌਤ ਹੋ ਗਈ ਸੀ? ਹਾਂਜੀ, ਸਾਈਮਨ ਕਮਿਸ਼ਨ ਜਦੋਂ ਭਾਰਤ ਆਇਆ ਤਾਂ ਇਸ ਦੇ ਵਿੱਚ ਕੀ ਸੀ ਕਿ ਲਾਲਾ ਲਾਜਪਤ ਰਾਏ ਦੀ ਲਾਠੀਚਾਰਜ ਦੇ ਨਾਲ ਮੌਤ ਹੋ ਗਈ ਸੀ। ਬਹੁਤ ਸਾਰੇ ਭਾਰਤੀਆਂ ਨੇ ਵਿਰੋਧ ਕੀਤਾ ਸੀ ਸਾਈਮਨ ਕਮਿਸ਼ਨ ਦਾ ਜਦੋਂ ਇਹ ਭਾਰਤ ਆਇਆ ਸੀ। ਤਾਂ ਇਸ ਵਿਰੋਧ ਦੇ ਵਿੱਚ ਲਾਠੀਚਾਰਜ ਦੇ ਸਮੇਂ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ ਸੀ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਨੈਕਸਟ ਹੈ,
ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਕੌਣ ਸਨ ਜਿਨ੍ਹਾਂ ਦੀ 14 ਅਪ੍ਰੈਲ ਨੂੰ ਜਯੰਤੀ ਮਨਾਈ ਗਈ। ਹਾਂਜੀ 14 ਅਪ੍ਰੈਲ ਨੂੰ ਕਿੰਨਾਂ ਦੀ ਜਯੰਤੀ ਹੁੰਦੀ ਆ? 14 ਅਪ੍ਰੈਲ ਨੂੰ ਜਯੰਤੀ ਮਨਾਈ ਗਈ ਆ ਕਿੰਨਾਂ ਦੀ ਮਨਾਈ ਗਈ ਆ 14 ਅਪ੍ਰੈਲ ਨੂੰ ਜਯੰਤੀ? ਡਾਕਟਰ ਭੀਮ ਰਾਓ ਅੰਬੇਡਕਰ ਦੀ। ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਤੇ ਇਹਨਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਕਿਹਾ ਜਾਂਦਾ। ਠੀਕ ਹੈ, ਡਾਕਟਰ ਭੀਮ ਅੰਬੇਡਕਰ ਜਿਹੜੇ ਕਿ ਡਰਾਫਟ ਕਮੇਟੀ ਦੇ ਯਾਨੀ ਕਿ ਖਰੜਾ ਕਮੇਟੀ ਦੇ ਚੇਅਰਮੈਨ ਸੀਗੇ ਤੇ ਇਹ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵੀ ਸੀ। ਤਾਂ ਰਾਈਟ ਆਨਸਰ ਕੀ ਹੈ ਜੀ? ਆਪਸ਼ਨ ਨੰਬਰ ਡੀ, ਭੀਮ ਰਾਓ ਅੰਬੇਡਕਰ। ਨੈਕਸਟ ਹੈ, ਚੀਨ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸੀਮਾ ਰੇਖਾ ਕਿਹੜੇ ਦੇਸ਼ ਨਾਲ ਜੁੜੀ ਹੈ? ਹਾਂਜੀ ਚੀਨ। ਚਾਈਨਾ ਦੀ ਜਿਹੜੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸੀਮਾ ਵਾ ਉਹ ਆਪਣੇ ਦੇਸ਼ ਭਾਰਤ ਦੇ ਨਾਲ ਜੁੜੀ ਹੋਈ ਆ। ਆਪਸ਼ਨ ਨੰਬਰ बी इज द राइट आंसर इंडिया। ठीक है, चाइना की सब तो लंबी अंतरराष्ट्रीय सीमा भारत दे नाल लगदी आ ते भारत की सब तो लंबी अंतरराष्ट्रीय सीमा किहदे नाल लगदी आ? जे आपां गल करिए तां इह लगदी आ बंगलादेश दे नाल। बांग्लादेश दे नाल भारत की जिहड़ी सीमा वा ओह लगदी आ ज़्यादा, 4096 किलोमीटर की सीमा भारत की लगदी आ ते चीन की लगदी आ सब तो ज़्यादा भारत दे नाल। भारत दे नाल कुल 7 देशां की हद लगदी आ, अफगानिस्तान, पाकिस्तान, नेपाल, चीन, बर्मा, बांग्लादेश, भूटान। ठीक है, भारत के मध्य दे विचों लंघदी आ, मध्य दे विचों लंघदी है करक रेखा, धरती के मध्य दे विचों लंघदी है भूमध रेखा। इस गल का ध्यान रखना। नैक्सट है जी, भारत का 28वां राज किहड़ा है? हाँ जी, भारत का 28वां राज पूछा जा रहा है इत्थे तुहानूं ते भारत का जिहड़ा 28वां राज आ ओह किहड़ा बनिया सी? भारत का 28वां राज बनिया सी जी झारखंड। ऑप्शन नंबर सी इज द राइट आंसर। झारखंड भारत का 28वां राज बनिया सी, बिहार तो अलग होके बनिया सी। ठीक है, ते झारखंड की कैपिटल की है? रांची आ। ते 27वां राज किहड़ा सीगा? 27वां राज सी उत्तराखंड। उत्तराखंड किहदे तो अलग होके बनिया? उत्तर प्रदेश तो अलग करके बनिया सी। हाँ जी, नैक्सट है, भारत का सर्वोच्च राष्ट्रीय पुरस्कार किहड़ा है? हाँ जी, भारत का सर्वोच्च राष्ट्रीय पुरस्कार यह है जी भारत रत्न। ऑप्शन सी इज द राइट आंसर। नैक्सट है, पंजाब की राज खेड केड़ी है? हाँ जी, पंजाब की राज खेड की गल हो रही है। पंजाब की राज खेड है इत्थे पंजाब के बारे पूछा जा रहा है, तो जल्दी नाल दसो पंजाब की राज खेड केड़ी आ? तां इह हैगी है जी कबड्डी। ऑप्शन नंबर सी इज द राइट आंसर। पंजाब का राज पशु आ काला हिरन यानी कि ब्लैक बक। इत्थों का राज पंछी आ बाज। राज दरखत आ सिसम टाली। ठीक है, तो जल जीव आ राज सिंध नदी की डॉल्फिन। तो राज फॉल आ ग्लैडियोल्स यानी कि लिली, ये मध्य प्रदेश का भी है। राज भाषा वा पंजाबी ते राज नाच आ भंगड़ा। नैक्सट है, आनंदपुर साहिब का पुराना नाम की सी? हाँ जी, आनंदपुर साहिब का पुराना नाम सी की सीगा? आनंदपुर साहिब के पुराने नाम नूं चक नानकी के नाम नाल भी जानिया जांदा एंड माखोवाल के नाम नाल भी जानिया जांदा। ऑप्शन ए इज द राइट आंसर। हुण डिपेंड करदा ऑप्शन ते कि ऑप्शन दे विच तुहानूं किहड़ा दित्ता होया। नैक्सट, इत्थे तुसीं ये जरूर दसो कमेंट बॉक्स दे विच कि गुरु की काशी किस नूं बोलिया जांदा है। नैक्सट है जी, गुरु गोबिंद सिंह जी के जोती जोत समाउण तो बाद सिखां की अगवाई किसने की? वेरी इंपॉर्टेंट। हाँ जी, गुरु गोबिंद सिंह जी के जोती जोत समाउण तो बाद सिखां की अगवाई की सी बाबा बंदा सिंह बहादुर जी ने। ऑप्शन सी इज द राइट आंसर। गुरु गोबिंद सिंह जी बाबा बंदा सिंह बहादुर जी नूं 1708 ईस्वी दे विच नांदेड़ के स्थान पर मिले सी। ये भी तुसीं याद रखना। नैक्सट है जी, पंजाब विच किहड़े फल की उपज आ जिहड़ी सब तो वध हुंदी है? हाँ जी, पंजाब दे विचों किहड़ा फल आ जिस दी उपज सब तो वध हुंदी आ? तां पंजाब दे विच सब तो वध उपज हुंदी है जी कीनू दी। तुसीं सुनिया होना पंजाब दे अबोहर नूं कैलीफोर्निया ऑफ पंजाब कहा जाता क्योंकि इत्थे किनू की कास्ट ज़्यादा होंदी आ। पंजाब का अबोहर की आ? पंजाब का कैलीफोर्निया। ते लुधियाने नूं की बोलिया जाता? उद्योगिक राजधानी। ते पंजाब का मैनचेस्टर। ठीक है, ते पंजाब का दिल
ਕਿਹਨੂੰ ਬੋਲਿਆ ਜਾਂਦਾ? ਪੰਜਾਬ ਦਾ ਦਿਲ ਬੋਲਿਆ ਜਾਂਦਾ ਮਾਝੇ ਖੇਤਰ ਨੂੰ। ਕਿਹਦੀ ਵਜ੍ਹਾ ਕਰਕੇ ਬੋਲਿਆ ਜਾਂਦਾ? ਸਿੱਖੀ ਦਾ ਪੰਘੂੜਾ ਅੰਮ੍ਰਿਤਸਰ ਕਰਕੇ। ਠੀਕ ਹੈ, ਅੰਮ੍ਰਿਤਸਰ ਸਿੱਖੀ ਦਾ ਪੰਘੂੜਾ ਵੀ ਆ ਸਕਦਾ, ਜਾਂ ਇਹ ਆ ਸਕਦਾ ਕਿ ਸਿੱਖੀ ਦਾ ਪੰਘੂੜਾ ਕਿਸ ਨੂੰ ਬੋਲਿਆ ਜਾਂਦਾ? ਮਾਝੇ ਨੂੰ ਬੋਲਿਆ ਜਾਂਦਾ। ਪੰਜਾਬ ਦਾ ਦਿਲ ਕਿਸ ਨੂੰ ਬੋਲਿਆ ਜਾਂਦਾ? ਮਾਝੇ ਨੂੰ ਬੋਲਿਆ ਜਾਂਦਾ। ਜੇ ਤੁਹਾਨੂੰ ਅਜੇ ਮਾਲਵਾ ਦਾ ਦਿਲ ਕਿਸ ਨੂੰ ਬੋਲਿਆ ਜਾਂਦਾ, ਫਿਰ ਬਠਿੰਡਾ ਲਿਖੋਗੇ। ਸਪੋਰਟਸ ਸਿਟੀ ਆਫ ਪੰਜਾਬ ਜਲੰਧਰ ਆ। ਸਾਇੰਸ ਸਿਟੀ ਆਫ ਪੰਜਾਬ, ਸਾਇੰਸ ਸਿਟੀ ਵੈਸੇ ਤਾਂ ਕਪੂਰਥਲੇ ਦੇ ਵਿੱਚ ਆ, ਪਰ ਜੇਕਰ ਤੁਹਾਨੂੰ ਇਹ ਆ ਜਾਵੇ ਕਿ ਸਾਇੰਸ ਸਿਟੀ ਆਫ ਪੰਜਾਬ ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਬੋਲਿਆ ਜਾਂਦਾ, ਫਿਰ ਤੁਸੀਂ ਜਲੰਧਰ ਲਗਾਓਗੇ। ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ, ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ, ਸਿੱਖਾਂ ਦੀ ਰਾਜਧਾਨੀ, ਸਿੱਖੀ ਦਾ ਧੁਰਾ, ਸਿੱਖਾਂ ਦਾ ਮੱਕਾ, ਸਿੱਖਾਂ ਦਾ ਅਜਾਇਬ ਘਰ ਤੇ ਹੌਲੀ ਸਿਟੀ, ਇਹ ਸਾਰੇ ਅੰਮ੍ਰਿਤਸਰ ਨੂੰ ਨਾਮ ਦਿੱਤੇ ਗਏ ਆ। ਠੀਕ ਹੈ, ਇਹ ਵੀ ਤੁਸੀਂ ਧਿਆਨ ਰੱਖਣਾ, ਕੁਝ ਇੰਪੋਰਟੈਂਟ ਫੈਕਟ ਸੀ ਇਹ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਨੈਕਸਟ ਹੈ, ਦੁਨੀਆ ਭਰ ਦੇ ਚੌਲ ਉਤਪਾਦਨ ਵਿੱਚ ਪੰਜਾਬ ਦਾ ਪ੍ਰਤੀਸ਼ਤ ਕਿੰਨਾ ਹੈ? ਹਾਂਜੀ, ਦੁਨੀਆ ਭਰ ਦੇ ਵਿੱਚ ਚੌਲ ਉਤਪਾਦਨ ਦੇ ਵਿੱਚ ਪੰਜਾਬ ਆ ਜਿਹੜਾ ਉਹਦਾ ਉਤਪਾਦਨ ਕਿੰਨਾ ਹੁੰਦਾ ਵਾ, ਪੂਰੀ ਦੁਨੀਆ ਦੇ ਵਿੱਚ ਪੁੱਛਿਆ ਜਾ ਰਿਹਾ। ਤੇ ਪੂਰੀ ਦੁਨੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦਾ ਚੌਲ ਉਤਪਾਦਨ ਦੇ ਵਿੱਚ ਜਿਹੜਾ ਸਥਾਨ ਆ, ਜਾਂ ਕਹਿ ਸਕਦੇ ਹਾਂ ਕਿ ਦੁਨੀਆ ਭਰ ਦੇ ਚੌਲ ਉਤਪਾਦਨ ਦੇ ਵਿੱਚ ਪੰਜਾਬ 1% ਪੰਜਾਬ ਦਾ ਹਿੱਸਾ ਵਾ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਕਿਹੜਾ ਪੰਜਾਬੀ ਕਿੱਸਾਕਾਰ ਅੱਖਾਂ ਤੋਂ ਅੰਨਾ ਸੀ? ਹਾਂਜੀ, ਪੰਜਾਬੀ ਕਿੱਸਾਕਾਰ ਆ ਮੁਕਬਲ, ਇਹ ਅੱਖਾਂ ਤੋਂ ਅੰਨੇ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ? ਹਾਂਜੀ, ਅੰਤਰਰਾਸ਼ਟਰੀ ਫਿਲਮ ਮੇਲੇ ਦੇ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ਸੀ ਅੰਨੇ ਘੋੜੇ ਦਾ ਦਾਨ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਖੇਤਰੀ ਬੋਲੀ ਬਾਂਗੜੀ ਬੋਲਣ ਵਾਲਾ ਪੰਜਾਬ ਦਾ ਜ਼ਿਲ੍ਹਾ ਕਿਹੜਾ ਹੈ? ਹਾਂਜੀ, ਪੰਜਾਬ ਦਾ ਉਹ ਕਿਹੜਾ ਜ਼ਿਲ੍ਹਾ ਵਾ ਜਿਹੜਾ ਖੇਤਰੀ ਬੋਲੀ ਬੋਲਦਾ ਬਾਂਗੜੀ? ਤਾਂ ਇਹ ਬੋਲਦਾ ਵਾ ਜੀ ਫਾਜ਼ਿਲਕਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਕਿਹੜੇ ਪੰਜਾਬੀ ਲੋਕ ਨਾਚ ਨੂੰ ਗਿੱਧੇ ਦੀ ਨਰਸਰੀ ਆਖਿਆ ਜਾਂਦਾ ਹੈ? ਹਾਂਜੀ, ਗਿੱਧੇ ਦੀ ਨਰਸਰੀ ਕਿਹੜੇ ਪੰਜਾਬੀ ਲੋਕ ਨਾਚ ਨੂੰ ਕਿਹਾ ਜਾਂਦਾ ਹੈ? ਤਾਂ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਸੀ, ਕਿੱਕਲੀ ਨੂੰ। ਨੈਕਸਟ, ਕਵਿਤਾ ਨੂੰ ਰੂਹਾਂ ਦੀ ਬੋਲੀ ਦੱਸਣ ਵਾਲਾ ਪੰਜਾਬੀ ਕਵੀ ਕੌਣ ਆ? ਹਾਂਜੀ, ਉਹ ਕਵੀ ਦਾ ਨਾਮ ਦੱਸੋ ਜਿਨ੍ਹਾਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਦੱਸਿਆ। ਤਾਂ ਇਹ ਕਿਹਾ ਜੀ ਪ੍ਰੋਫੈਸਰ ਪੂਰਨ ਸਿੰਘ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਇਹਨਾਂ ਵਿੱਚੋਂ ਪੰਜਾਬੀ ਸਾਜ਼ ਤੰਤੀ ਸਾਜ਼ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬੀ ਸਾਜ਼ ਤੰਤੀ ਸਾਜ਼ ਹੈ? ਤਾਂ ਉਹ ਹੈਗਾ ਜੀ ਸਾਰੰਗੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ, ਪੰਜਾਬ ਵਿੱਚ ਕੋਲਾ ਆਧਾਰਿਤ ਤਾਪ ਬਿਜਲੀ ਘਰ ਕਿੱਥੇ ਹੈ? ਹਾਂਜੀ, ਪੰਜਾਬ ਦੇ ਵਿੱਚ ਕੋਲੇ ਤੇ ਆਧਾਰਿਤ ਜਿਹੜਾ ਤਾਪ ਬਿਜਲੀ ਘਰ ਆ ਉਹ ਕਿੱਥੇ ਆ? ਤਾਂ ਇਹ ਹੈਗਾ ਜੀ ਰੋਪੜ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਡਾਟਾ ਨੂੰ ਬਦਲਣਾ। ਹਾਂਜੀ, ਡਾਟਾ ਨੂੰ ਡੈਸ਼ ਵਿੱਚ ਬਦਲਣਾ ਸੌਫਟਵੇਅਰ ਦਾ ਮੁੱਢਲਾ ਆਦੇਸ਼ ਹੈ। ਡਾਟੇ ਨੂੰ ਕਿਹਦੇ ਵਿੱਚ ਬਦਲਿਆ ਜਾਂਦਾ ਵਾ? ਤੁਸੀਂ ਯਾਦ ਰੱਖਣਾ, ਡਾਟੇ ਨੂੰ ਡੈਸ਼ ਵਿੱਚ ਬਦਲਣਾ ਸੌਫਟਵੇਅਰ ਦਾ ਮੁੱਖ ਉਦੇਸ਼ ਆ। ਡਾਟਾ ਕੀ ਹੁੰਦਾ? ਇਨਫੋਰਮੇਸ਼ਨ। ਠੀਕ ਹੈ, ਤੇ ਇਨਫੋਰਮੇਸ਼ਨ ਨੂੰ ਕੀ ਕਰਦੇ ਆ? ਆਪਣੀ ਇਨਫੋਰਮੇਸ਼ਨ ਹੀ ਹੁੰਦੀ ਹੈ ਨਾ ਡਾਟਾ। ਇੱਕ ਕਿਸੇ ਚੀਜ਼ ਦੀ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਰੱਖਿਆ ਜਾਂਦਾ, ਉਸ ਨੂੰ ਅਸੀਂ ਡਾਟਾ ਬੋਲ ਦਿੰਦੇ ਆ। ਤੇ ਡਾਟੇ ਨੂੰ ਸੂਚਨਾ ਦੇ ਵਿੱਚ ਬਦਲਣਾ ਸੌਫਟਵੇਅਰ ਦਾ ਮੁੱਖ ਉਦੇਸ਼ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਹੇਠਾਂ ਲਿਖਿਆਂ ਵਿੱਚੋਂ ਭਾਰਤੀ ਸੰਸਦ ਦਾ ਕਿਹੜਾ ਅੰਗ ਨਹੀਂ ਹੈ? ਹਾਂਜੀ, ਸੰਸਦ ਦੇ ਤਿੰਨ ਸੰਸਦ ਦੇ ਆਪਾਂ ਕਹੀਏ ਤਾਂ 3 ਸਦਨ ਹੁੰਦੇ ਆ, ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ। ਤੇ ਇਹਨਾਂ ਵਿੱਚੋਂ ਭਾਰਤੀ ਸੰਸਦ ਦਾ ਅੰਗ ਕਿਹੜਾ ਨਹੀਂਗਾ? ਪ੍ਰਧਾਨ ਮੰਤਰੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਕੌਣ ਬੁਲਾਉਂਦਾ ਹੈ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸੰਸਦ ਦੇ 3 ਸਦਨ ਹੁੰਦੇ ਆ, ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ। ਤੇ ਸੰਸਦ ਦੇ ਜਿਹੜੇ 2 ਸਦਨ ਆ, ਲੋਕ ਸਭਾ ਤੇ ਰਾਜ ਸਭਾ, ਇਹਨਾਂ ਦੀ ਸੰਯੁਕਤ ਬੈਠਕ ਬੁਲਾਉਂਦਾ ਵਾ ਰਾਸ਼ਟਰਪਤੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਬਹੁਤ ਇੰਪੋਰਟੈਂਟ ਆ। ਨੈਕਸਟ ਹੈ ਜੀ, ਹਾਊਸ ਆਫ ਪੀਪਲ ਕਿਹੜੇ ਸਦਨ ਨੂੰ ਕਿਹਾ ਜਾਂਦਾ ਹੈ? ਹਾਂਜੀ, ਹਾਊਸ ਆਫ ਪੀਪਲ ਕਿਹਾ ਜਾਂਦਾ ਲੋਕ ਸਭਾ ਦੇ ਸਦਨ ਨੂੰ।
ऑप्शन नंबर ए इज़ द राइट आंसर। लोक सभा के सदन नूं हाउस ऑफ पीपल कहा जाता क्योंकि यह लोगों द्वारा चुने जाते हैं, ठीक है, लोगों द्वारा बनाई जाती है। पर जी राज सभा ये मैंबर स्थाई होंगे आ, ठीक है, इस करके तुसीं ध्यान रखना लोक सभा के मैंबर अस्थाई होंगे आ ते इसनूं हाउस ऑफ पीपल बोलिया जाता वा। इस तो इलावा लोक सभा नूं संसद का हेठला सदन बोलिया जाता, राज सभा नूं संसद का उपरला सदन बोलिया जाता, ये भी तुसीं ध्यान रखना। नैक्सट है वित्तीय आपातकाल संबंधी जानकारी किहड़े देश तो मिलती है। हाँ जी, वित्तीय आपातकाल जिहड़ी एमरजेंसी लगती है तो ये जानकारी असीं लई आ जर्मनी तो। ऑप्शन नंबर डी इज़ द राइट आंसर। नैक्सट है जी मंत्री परिषद किस दे प्रति उत्तरदाई हुंदा है। हाँ जी, मंत्री परिषद आ जिहड़ा ये किस दे प्रति उत्तरदाई हुंदा, तो ये हुंदा जी लोक सभा दे। ऑप्शन नंबर ए इज़ द राइट आंसर। नैक्सट है भारत के पहले प्रधानमंत्री जो संसद दे विच विश्वास वोट हासिल नहीं कर पाए सन। हाँ जी, भारत के पहले प्रधानमंत्री कौन है जिहड़े संसद दे विच विश्वास वोट हासिल नहीं कर पाए सी। विश्वनाथ प्रताप सिंह। ऑप्शन नंबर सी इज़ द राइट आंसर। नैक्सट है भारत की पहली महिला लोक सभा का स्पीकर कौन सी। हाँ जी, भारत के जिहड़े पहले लोक सभा के स्पीकर सीगे वो तो सी कपूर सिंह, पर इत्थे महिला की गल हुई है कि भारत की पहली महिला लोक सभा स्पीकर कौन सी, तो ये सीगे जी कौन सीगे मीरा कुमारी। ऑप्शन नंबर सी इज़ द राइट आंसर मीरा कुमारी। तो इत्थे एक गल का तुसीं ध्यान रखना, जेकर तुहानूं एट प्रेजेंट पुछ लैन तो वर्तमान समय दे विच भारत के पहले स्पीकर कौन आ, ओम बिरला। नैक्सट है राज सभा के मैंबरां की नियुक्ति कौन करता है। हाँ जी, राज सभा के मैंबरां की नियुक्ति है जिहड़ी वो किस द्वारा की जाती है। राज सभा के मैंबरां की नियुक्ति राज विधान सभा के मैंबर करते हैं। ऑप्शन नंबर सी इज़ द राइट आंसर। नैक्सट है जी संविधान नूं बनन विच लगभग कितना समा लग्या सी। हाँ जी, संविधान नूं बनन दे विच लगभग कितना समा लग्या सी, लगभग की गल हुई है। देखो 2 साल 11 महीने 18 दिन लगे सी, यानी कि लगभग 3 साल लगे सी। तो ऑप्शन नंबर ए इज़ द राइट आंसर। किन्नी बहस हुई सी, किन्ने दिन संविधान नूं बनाउण विच 114 दिन ते बहस हुई सी, ठीक है, ये भी तुसीं याद रखना। नैक्सट है भारत की संविधान सभा किस दे अनुसार बनाई गई सी। जिहड़ी भारत की संविधान सभा वा ये बनाई गई सी किस दे अनुसार बनाई गई सी। तुहानूं पता है कि भारत दीयां जिहड़ियां मीटिंग्स होईयां सी पहलियां किस दे अकॉर्डिंग होईयां सी, कैबिनेट मिशन योजना के तहत होईयां सी। तां भारत की संविधान सभा कैबिनेट मिशन योजना के तहत बनाई गई सी। ऑप्शन बी इज़ द राइट आंसर। नैक्सट है जी कैबिनेट मिशन योजना के तहत संविधान सभा विच किन्ने मैंबर सन। हाँ जी, कैबिनेट मिशन जदों पहली बैठक हुई सी, पहली बैठक कदों हुई सी 9 दसंबर 1946 नूं कैबिनेट मिशन के आधार पर हुई सी। दूजी हुई सी 11 दसंबर 1946 नूं, तीजी हुई सी 13 दसंबर 1946 नूं। तीजी बैठक दे विच पंडित जवाहर लाल नेहरू ने संविधान का नींह पत्थर रख दिता सी, ठीक है। तो उस तो बाद इंडायरैक्ट वे दे नाल वोटां होईयां संसद भवन दे विच, ते जिहड़ियां इंडायरैक्ट वे नाल वोटां होईयां ते उस दे विच टोटल 399 मैंबर चुने गए सी। कैबिनेट मिशन योजना के तहत संविधान सभा विच 399 मैंबर चुने गए। ऑप्शन ए इज़ द राइट आंसर। उस तो बाद देखो 1947 ਦੇ ਵਿੱਚ ਵੰਡ ਹੋ ਗਈ। ਫਿਰ ਸੰਵਿਧਾਨ ਸਭਾ ਦੇ ਜਿਹੜਾ ਪੁਨਰਗਠਨ ਹੋਇਆ ਸੀਗਾ ਉਹ ਕਦੋਂ ਹੋਇਆ ਸੀ। ਸੰਵਿਧਾਨ ਸਭਾ ਦਾ ਫਿਰ ਪੁਨਰਗਠਨ ਹੋਇਆ ਸੀ ਵੰਡ ਤੋਂ ਬਾਅਦ 9 ਦਸੰਬਰ 1947 ਨੂੰ, ਤੇ ਉਸ ਸਮੇਂ ਇਸ ਦੇ ਜਿਹੜੇ ਮੈਂਬਰ ਆ 299 ਰਹਿ ਗਏ ਸੀ ਕਿਉਂਕਿ ਵੰਡ ਤੋਂ ਬਾਅਦ ਜੋ ਪਾਕਿਸਤਾਨ ਦੇ ਸੀ ਉਧਰ ਚਲੇ ਗਏ ਸੀ, ठीक है, 299 रह गए। फिर उस तो बाद संविधान नूं बनन लई तुहानूं पता लगभग 3 साल का समा लग गया, तो जदों तक संविधान बनिया अद्धियां दी इन्हां दे विचों डैथ हो गई सी। ते संविधान ते साइन है एट प्रेजेंट 284 मैंबरां दे, ठीक है, 284 मैंबरां दे साइन आ, ते इन्हां दे विचों 15 महिलावां ने, ठीक है। नैक्सट है संविधान सभा के संविधानक सलाहकार कौन सन। हाँ जी, संविधान सभा के संविधानक सलाहकार कौन सन। तो राइट आंसर है जी ऑप्शन नंबर,
हाँ जी दसो जल्दी नाल कमेंट बॉक्स दे विच, क्योंकि बहुत बार मैं तुहानूं दस चुकी हाँ। ऑप्शन सी VN राव आ जिहड़े ये संविधानक सभा के सलाहकार सी। इन्हां ने की कीता सीगा कि जिहड़ा फॉरन कंट्रीज़ का संविधान सीगा, यानी कि बाहरले देशों तो आपां संविधान लिया ना, जिवें आपां आपातकाल जर्मनी तो लिया वा, मौलिक अधिकार अमेरिका तो लिया, मौलिक करतब रूस तो लिया, ठीक है। इदां जो बाहरले देशों का संविधान आपां लिया वा ਉਹ ਇਹਨਾਂ ਨੇ ਅਧਿਐਨ ਕੀਤਾ ਸੀ ਸੰਵਿਧਾਨ ਦਾ। ਇਹਨਾਂ ਨੇ ਫੋਰਨ ਸੰਵਿਧਾਨ ਦਾ ਜਿਹੜਾ ਅਧਿਐਨ ਕੀਤਾ, ਜੋ ਭਾਰਤ ਲਈ ਚੰਗਾ ਲੱਗਿਆ ਉਹ ਲੈ ਕੇ ਆਏ ਸੀ VN ਰਾਓ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਆਪਣਾ ਅਲੱਗ ਤੋਂ ਇੱਕ ਹਾਈ ਕੋਰਟ ਆ। ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਸ ਦਾ ਆਪਣਾ ਅਲੱਗ ਤੋਂ ਇੱਕ ਹਾਈ ਕੋਰਟ ਆ, ਤਾਂ ਉਹ ਹੈ ਜੀ ਦਿੱਲੀ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਸੰਵਿਧਾਨ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਹੈ। हाँ जी संविधान दे विच भारत नूं की बोलिया गया है। तुहानूं सब नूं पता वा कि संविधान दे विच भारत नूं राज्यां दा संघ बोलिया गया। ऑप्शन नंबर C इज़ द राइट आंसर। नैक्सट है, पंजाबी नूं सरकारी भाषा वजों मानता देण वाली सब तो पहली रियासत किहड़ी सी। हाँ जी पंजाबी नूं सरकारी भाषा दे वजों मानता देण वाली सब तो पहली रियासत सीगी पटियाला। ऑप्शन नंबर A इज़ द राइट आंसर। ठीक है, पटियाला ਇਹ ਕਿਹਦੀ ਰਾਜਧਾਨੀ ਸੀਗੀ, ਪੈਪਸੂ ਦੀ ਰਾਜਧਾਨੀ ਸੀ। ਪੈਪਸੂ ਇੱਕ ਅਲੱਗ ਤੋਂ ਸਟੇਟ ਬਣੀ ਸੀ, ਕਦੋਂ ਬਣੀ ਸੀ 1948 ਦੇ ਵਿੱਚ। ਫਿਰ 1956 ਦੇ ਵਿੱਚ ਫਿਰ ਤੋਂ ਇਸ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਸੀ। ਪੈਪਸੂ ਦੀਆਂ 8 ਰਿਆਸਤਾਂ ਸੀ ਜਿਨ੍ਹਾਂ ਦੇ ਵਿੱਚੋਂ ਪਟਿਆਲਾ ਇਸ ਦੀ ਰਾਜਧਾਨੀ ਸੀ। ਤੇ ਪਟਿਆਲਾ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ, ਬਾਬਾ ਆਲਾ ਨੇ। ਨੈਕਸਟ ਹੈ, ਕਿਹੜਾ ਕਾਵਿ ਰੂਪ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਹੈ। ਹਾਂਜੀ ਕਿਹੜਾ ਕਾਵਿ ਰੂਪ ਆ ਜਿਹੜਾ ਅੱਖਰ ਕਰਮ ਦੇ ਵਿੱਚ ਲਿਖਿਆ ਜਾਂਦਾ ਹੈ, ਤਾਂ ਅੱਖਰ ਦੇ ਵਿੱਚ ਲਿਖਿਆ ਗਿਆ ਵਾ ਜੀ ਪੱਟੀ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਵਾ। ਠੀਕ ਹੈ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਿਹੜਾ ਜੁੱਟ ਸਹੀ ਹੈ। ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਜੁੱਟ ਸਹੀ ਆ। ਜਿਹੜੀ ਦੁਆਬੀ ਆ ਉਹਨਾਂ ਨੇ ਲਿਖਿਆ ਹੁਸ਼ਿਆਰਪੁਰ ਅਤੇ ਗੁਰਦਾਸਪੁਰ। ਨਹੀਂ, ਦੁਆਬੀ 4 ਜ਼ਿਲ੍ਹਿਆਂ 'ਚ ਬੋਲੀ ਜਾਂਦੀ ਹੈ। ਕਿਹੜੇ ਕਿਹੜੇ ਜ਼ਿਲ੍ਹੇ ਆ ਜਾਂਦੇ ਆ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ਅਤੇ ਕਪੂਰਥਲਾ। ਜਿਹੜਾ ਗੁਰਦਾਸਪੁਰ ਹੈ ਇਹਦੇ ਵਿੱਚ ਮਾਝੀ ਬੋਲੀ ਜਾਂਦੀ ਹੈ, ਇਹਦੇ ਕਰਕੇ ਇਹ ਜਿਹੜੀ ਆਪਸ਼ਨ ਆ ਉਹ ਗਲਤ ਹੋ ਗਈ। ਠੀਕ ਹੈ, ਫਿਰ ਪੁਆਧੀ, ਰੋਪੜ ਅਤੇ ਨਵਾਂ ਸ਼ਹਿਰ। ਨਵਾਂ ਸ਼ਹਿਰ ਦੇ ਵਿੱਚ ਕੀ ਆ, ਦੁਆਬੀ ਬੋਲੀ ਜਾਂਦੀ ਆ, ਇਹਦੇ ਕਰਕੇ ਗਲਤ ਹੋ ਗਿਆ। ਰੋਪੜ ਦੇ ਵਿੱਚ ਵੈਸੇ ਪੁਆਧੀ ਵੀ ਬੋਲੀ ਜਾਂਦੀ ਆ। ਮਾਝੀ, ਜਿਹੜੀ ਮਾਝੀ ਆ ਇਹ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਦੇ ਵਿੱਚ ਬੋਲੀ ਜਾਂਦੀ ਆ, ਤੇ ਇੱਥੇ ਇਹ ਦੋਨੇ ਆਪਸ਼ਨਾਂ ਗਲਤ ਹੋ ਗਈਆਂ। ਮਲਵਈ, ਮਲਵਈ ਆ ਜਿਹੜੀ ਇਹ ਬਠਿੰਡਾ ਤੇ ਲੁਧਿਆਣਾ ਦੇ ਵਿੱਚ, ਜਾਣੀ ਕਿ ਬਾਕੀ ਦੇ ਜੋ ਜ਼ਿਲ੍ਹੇ ਬਚਦੇ ਆ ਨਾ ਮਲਵਈ ਦੇ ਵਿੱਚ ਆਉਂਦੇ ਆ, ਉਹਨਾਂ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ। ਨੈਕਸਟ ਹੈ, ਕਣਕ ਖੇਤ ਕੁੜੀ ਭੇਟ ਆ ਜਵਾਈਆ ਮੰਡੇ ਖਾ ਦਾ ਸੰਬੰਧ ਕਿਸ ਰੂਪ ਨਾਲ ਹੈ। ਹਾਂਜੀ ਇਹ ਜਿਹੜੀ ਲਾਈਨ ਤੁਹਾਡੇ ਸਾਹਮਣੇ ਲਿਖੀ ਆ, ਇਹ ਖਾਣ, ਬੋਲੀ ਆ ਜਾਂ ਮੁਹਾਵਰਾ ਜਾਂ ਬਾਤ ਆ, ਤਾਂ ਇਹ ਹੈਗੀ ਆ ਜੀ ਅਖਾਣ। ਕਣਕ ਖੇਤ ਕੁੜੀ ਭੇਟ ਆ ਜਵਾਈਆ ਮੰਡੇ ਖਾ। ਆਪਸ਼ਨ A ਇਜ਼ ਦਾ ਰਾਈਟ ਆਨਸਰ, ਅਖਾਣ। ਨੈਕਸਟ, ਪੰਜਾਬੀ ਭਾਸ਼ਾ ਵਿੱਚ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ। ਹਾਂਜੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀਆਂ ਸਵਰ ਧੁਨੀਆਂ ਵਾ ਇਹਨਾਂ ਦੀ ਗਿਣਤੀ ਕਿੰਨੀ ਆ, ਤਾਂ ਸਵਰ ਧੁਨੀਆਂ ਦੀ ਗਿਣਤੀ ਹੈ ਜੀ 10। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਦੇਖੋ ਜੇ ਸਵਰ ਅੱਖਰ ਆ ਜੇ ਸਵਰ ਅੱਖਰ ਆ ਜੇ, ਸਵਰ ਅੱਖਰ ਹੈਗੇ ਆ 3, ਊੜਾ, ਆੜਾ, ਈੜੀ। ਜੇ ਸਵਰ ਧੁਨੀਆਂ ਆ ਗਈਆਂ ਤਾਂ ਇਹ ਹੈਗੀਆਂ 10। ਠੀਕ ਹੈ, ਨੈਕਸਟ ਹੈ, ਗੁਰਮੁਖੀ ਲਿਪੀ ਕਿਹੜੀ ਪੁਰਾਣੀ ਲਿਪੀ ਤੋਂ ਨਿਕਲੀ ਹੈ। ਹਾਂਜੀ ਗੁਰਮੁਖੀ ਲਿਪੀ ਆ ਜਿਹੜੀ ਇਹ ਕਿਹੜੀ ਪੁਰਾਣੀ ਲਿਪੀ ਤੋਂ ਨਿਕਲੀ ਆ, ਤਾਂ ਇਹ ਨਿਕਲੀ ਆ ਜੀ, ਹਾਂਜੀ ਦੱਸੋ ਜਲਦੀ ਨਾਲ ਕਿ ਗੁਰਮੁਖੀ ਲਿਪੀ ਕਿਹੜੀ ਪੁਰਾਣੀ ਲਿਪੀ ਤੋਂ ਨਿਕਲੀ ਆ, ਤਾਂ ਇਹ ਨਿਕਲੀ ਆ ਬ੍ਰਹਿਮੀ ਤੋਂ। ਆਪਸ਼ਨ D ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਮਲਵਈ ਉਪਬੋਲੀ ਦੇ ਵਿੱਚ ਵਾਵਾ ਧੁਨੀ ਦਾ ਉਚਾਰਨ ਬਦਲ ਕੇ ਹੋ ਜਾਂਦਾ ਹੈ। ਹਾਂਜੀ ਮਲਵਈ ਉਪਬੋਲੀ, ਮਲਵਈ ਦੇ ਵਿੱਚ ਵਾਵਾ ਧੁਨੀ ਨੂੰ ਕੀ ਬੋਲਦੇ ਹਾਂ ਅਸੀਂ, ਮਲਵਈ ਦੇ ਵਿੱਚ, ਮਲਵਈ ਉਪਬੋਲੀ ਦੇ ਵਿੱਚ ਵਾਵਾ ਧੁਨੀ ਦਾ ਉਚਾਰਨ ਬਦਲ ਕੇ ਹੋ ਜਾਂਦਾ ਹੈ ਬੱਬਾ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਵੈਸੇ ਗਲਤ ਲਿਖਿਆ, ਮਲਵਈ ਦੇ ਵਿੱਚ ਨਾ ਅਸੀਂ ਵਾਵੇ ਨੂੰ ਮੰਮਾ ਬੋਲਦੇ ਹਾਂ, ਦੁਆਬੀ ਵਾਲੇ ਵਾਵੇ ਨੂੰ ਬੱਬਾ ਬੋਲਦੇ ਆ। ਠੀਕ ਹੈ, ਹੁਣ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਮਲਵਈ ਦੇ ਵਿੱਚ ਹੁਣ ਦੇਖੋ, ਜਿਵੇਂ ਮੈਂ ਬਾਰ-ਬਾਰ ਬੋਲ ਰਹੀ ਹਾਂ, ਜਿਵੇਂ ਬੋਲ ਰਹੀ ਹਾਂ ਨਾ, ਬੋਲ ਮੈਂ ਇਸ ਤਰ੍ਹਾਂ ਰਹੀ ਹਾਂ, ਪਰ ਜਦੋਂ ਆਪਾਂ ਲਿਖਦੇ ਹਾਂ ਐਕਚੁਅਲ ਆਪਾਂ ਮਤਲਬ ਕਿ ਪੰਜਾਬੀ ਦੀ ਸੈਂਸ ਦੇ ਵਿੱਚ ਲਿਖਦੇ ਹਾਂ ਤਾਂ ਆਪਾਂ ਜਿਵੇਂ ਲਿਖਦੇ ਹਾਂ। ਠੀਕ ਹੈ, ਮਾਝੀ ਵਾਲੇ ਜਿਵੇਂ ਬੋਲਦੇ ਆ ਉੱਦਾਂ ਹੀ ਲਿਖਦੇ ਆ,
पर मलवई वाले वावे नूं मम्मा उचारते हैं। ठीक है, हुण मम्मे दी इत्थे ऑप्शन नहीं सीगी जां बाय मिसटेक आ जिहड़ा मतलब कि ये एग्जाम दे विचों ही लिया मैं MCQ, हो सकदा उन्हां ने इत्थे दुआबी पाउणा होवे। ठीक है, जां हो सकदा उन्हां ने ऑप्शन दे विच किते मम्मा लिखना होवे। तो इस गल दा हुण तुसीं ध्यान रखना। आपां वैसे जे दुआबी दी गल हो सकदी है तां आपां बी लगावांगे कि बब्बा। नैक्सट है गुरमुखी की किहड़ी मात्रा नाल टिप्पी नहीं लगती। हाँ जी, गुरमुखी की किहड़ी मात्रा वा जिस दे नाल टिप्पी नहीं लगती। तो किहड़ी मात्रा वा जी जिस दे नाल टिप्पी नहीं लगती दी गल हुई है। गुरमुखी लिपि दी वो किहड़ी मात्रा है जिस दे नाल टिप्पी नहीं लगती। तो इसका राइट आंसर है जी ऑप्शन नंबर, हाँ जी जल्दी नाल कमेंट बॉक्स दे विच दसो जिहड़े स्टूडेंट्स नूं पता कि किहड़ी मतलब किहड़ी मात्रा वा जिस दे नाल टिप्पी नहीं लगदी गी। तो ला दे नाल टिप्पी नहीं लगदी गी जी। ऑप्शन नंबर सी इत्थे राइट आंसर है। नैक्सट है WWW दा अर्थ है। हाँ जी, WWW इसका की अर्थ आ। कंप्यूटर दे विच तुसीं सुनिया होना, बहुत बार असीं कीता भी आ, 6, 7, 8 हरेक क्लास च आउंदा है। तो इसका अर्थ हुंदा वर्ल्ड वाइड वैब। ऑप्शन नंबर बी इज़ द राइट आंसर। नैक्सट है ईमेल विचों संपूर्ण सूचना तुरंत प्राप्त करने लई इस नूं कित्थे स्टोर करना चाहिदा है। वेरी इंपॉर्टेंट। हाँ जी, ईमेल दे विचों जिहड़ी संपर्क सूचनावां वो तुरंत प्राप्त करन दे लई सानूं इस नूं एड्रैस बॉक्स दे विच स्टोर करना चाहिदा। ऑप्शन सी इज़ द राइट आंसर। ईमेल दे नाल रिलेटेड तुहानूं MCQ घुमा फिरा के आउणगे कि जेकर मैसेज साडा सेंड ना होवे तो कित्थे चलिया जांदा, तो कित्थे चलिया जांदा ड्राफ्ट दे विच चलिया जांदा। इस तरह दियां जिहड़े तुहानूं घुमा फिरा के सिंपल वे नाल थोड़े जे घुमा फिरा के पाए जाणगे। ठीक है, नैक्सट है कंप्यूटर की मैमरी विचों सूचना ते स्क्रीन। हाँ जी, कंप्यूटर की मैमरी उस दे विचों सूचना ਅਤੇ ਸਕਰੀਨ ਕਰੈਕਟਰਸ ਨੂੰ ਮਿਟਾਉਣ ਜਾਂ ਇਰੇਜ਼ ਕਰਨ ਵਾਲੀ ਕੁੰਜੀ ਨੂੰ ਕੀ ਕਿਹਾ ਜਾਂਦਾ। ਤਾਂ ਜਲਦੀ ਨਾਲ ਦੱਸੋ ਇਸ ਦਾ ਵੀ ਆਨਸਰ। ਇਸ ਦਾ ਆਨਸਰ ਆ ਜੀ ਡਿਲੀਟ ਕਰਨਾ। ਠੀਕ ਹੈ, ਮਿਟਾਉਣਾ ਮਤਲਬ ਡਿਲੀਟ ਕਰਨਾ। ऑप्शन बी इज़ द राइट आंसर। नैक्सट शिवालिक पहाड़ पंजाब के किस पासे स्थित हैं। हाँ जी, शिवालिक पहाड़ वैसे तो ये भी ज़्यादातर MCQ पाया गया कि शिवालिक पहाड़ी चंडीगढ़ किहड़े पहाड़ों के पैरों के विच शिवालिक पहाड़ियां दे। ठीक है, तो हुण जिहड़े शिवालिक पहाड़ आ ये किस पासे स्थित आ, पंजाब दे किस पासे स्थित ने, पूर्व दे विच आ। ऑप्शन डी इज़ द राइट आंसर। नैक्सट है सिंधु दियां किन्नियां सहायक नदियां भारती पंजाब विचों लंघदियां हन। हाँ जी, सिंधु इस दियां किन्नियां सहायक नदियां भारती पंजाब विचों लंघदियां ने। पंजाब विचों तुहानूं पता है 3 ही दरिया वगदे ने। ठीक है, तो राइट आंसर की लगाऊंगी इसका ऑप्शन ए 3 सतलुज रावी व्यास ते सिंधु दियां सहायक नदियां ने। नैक्सट है जी प्राचीन पंजाब का आकार किस तरह का सी। हाँ जी, जेकर तुहानूं ये आ जाए कि वर्तमान समय पंजाब का आकार किहड़ा जां वैसे आ जाए कि पंजाब का आकार किस तरह का, तो फिर तुसीं तिक्को आकार लगाओगे। पर उन्हें प्राचीन का पुछया, प्राचीन पंजाब का आकार सीगा V आकार का। ठीक है, इस तरह ऑप्शन बी इज़ द राइट डी इज़ द राइट आंसर है। नैक्सट पंजाब विच स्टील रोलिंग फैक्ट्रियां कित्थे स्थित हैं। हाँ जी, पंजाब दे विच जिहड़ियां स्टील रोलिंग फैक्ट्रियां, स्टील लई तुसीं सुनिया होना स्टील सिटी ऑफ पंजाब किहनूं बोलिया जांदा, मंडी गोबिंदगढ़ नूं। तां फिर इत्थे राइट आंसर की होगा मंडी गोबिंदगढ़। ऑप्शन बी इज़ द राइट आंसर। नैक्सट है किहड़े एक्ट नूं ब्लैक एक्ट कहा जांदा सी। हाँ जी, किहड़े एक्ट नूं ब्लैक एक्ट भी बोलिया जांदा वा। ਤਾਂ ਬਲੈਕ ਐਕਟ ਤੁਸੀਂ ਦੇਖੋ ਰੌਲਟ ਐਕਟ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਆ, ਜਾਣੀ ਕਿ ਆਪਾਂ ਕਹਿ ਸਕਦੇ ਹਾਂ ਰੌਲਟ ਐਕਟ ਵੈਸੇ ਕੀ ਕੰਮ ਸੀ ਰੌਲਟ ਐਕਟ ਦਾ, ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਿਸੇ ਵੀ ਵਿਅਕਤੀ ਨੂੰ देखो उस टाइम की हुंदा सी कि भारत नूं आज़ाद करन दे लई नारे लगाए जांदे सीगे, अंदोलन हुंदे सी। ठीक है, जदों भी अंग्रेज कोई ना कोई नीति नवीं कढ दिंदे सी तां भारत दे विच की सी अंदोलन पैदा हो जाते सी। कदे किहड़ा अंदोलन लगदा सी, कदे किहड़ा अंदोलन लगदा सी, जिवें तुसीं भी पढ़िया होना, कदे चिपको अंदोलन शुरू हो गया। ठीक है, कदे डांडी मार्च शुरू हो गई। इस तरह के अंदोलन जिहड़े शुरू हो गए सी ते अंदोलनां नूं दबाउण दे लई सरकार ने रॉलेट एक्ट शुरू कीता सी, जानी कि किसी भी व्यक्ति नूं बिना किसी मुकदमे अते कानून अदालत की सुनवाई तो बिना जेल दे विच बंद कर देना। ते गांधी जी ने 1919 दे विच सत्याग्रह अंदोलन की शुरुआत रॉलेट
ਰੌਲੇਟ ਐਕਟ ਦੇ ਹੀ ਵਿਰੋਧ ਦੇ ਵਿੱਚ ਕੀਤੀ ਸੀ। ਤੇ ਜਿਹੜਾ ਰੌਲੇਟ ਐਕਟ ਆ ਨਾ, ਇਹ ਸਾਰੇ ਨਾਂ ਉਹਦੇ ਹੀ ਆ। ਰੌਲੇਟ ਐਕਟ ਨੂੰ ਬਲੈਕ ਐਕਟ ਵੀ ਬੋਲਿਆ ਜਾਂਦਾ। ਇਸ ਤੋਂ ਇਲਾਵਾ ਅਰਾਜਕਤਾਵਾਦੀ ਅਤੇ ਇਨਕਲਾਬੀ ਅਪਰਾਧ ਐਕਟ ਵੀ ਬੋਲਿਆ ਜਾਂਦਾ ਵਾ। ਸਰ ਸਿਡਨੀ ਟੀ ਰੌਲਟ ਵੀ ਬੋਲਿਆ ਜਾਂਦਾ, ਕਿਉਂਕਿ ਸਰ ਸਿਡਨੀ ਟੀ ਰੌਲਟ ਨੇ ਹੀ ਇਹ ਸ਼ੁਰੂ ਕੀਤਾ ਸੀ। ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ ਕਿ ਉਪਰੋਕਤ ਸਾਰੇ ਹੀ ਬਲੈਕ ਐਕਟ ਦਾ ਨਾਮ ਆ। ਨੈਕਸਟ ਹੈ, 0 ਤੋਂ ਬਿਨਾ ਸਾਰੀਆਂ ਪੂਰਨ ਸੰਖਿਆਵਾਂ ਕਿਹੜੀਆਂ ਹਨ? ਹਾਂਜੀ, ਮੈਂ ਤੁਹਾਨੂੰ ਦੱਸਿਆ ਹੋਇਆ ਨੰਬਰ ਸਿਸਟਮ ਦੇ ਵਿੱਚ ਕਿ ਜਿਹੜੀਆਂ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ ਉਹ ਹੁੰਦੀਆਂ ਨੇ ਪੂਰਨ ਸੰਖਿਆਵਾਂ। ਠੀਕ ਹੈ, ਜਿਹੜੀਆਂ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਨੇ ਉਹ ਹੁੰਦੀਆਂ ਨੇ ਪ੍ਰਾਕਿਰਤਿਕ ਸੰਖਿਆਵਾਂ, ਕਿਉਂਕਿ ਇਹ ਕੁਦਰਤੀ ਤੌਰ ਤੇ ਮਨੁੱਖ ਦੇ ਮਨ ਦੇ ਵਿੱਚੋਂ ਉੱਭਰੀਆਂ ਸੀਗੀਆਂ। 1 2 3 ਤੇ ਇਹ ਪੂਰਨ ਸੰਖਿਆਵਾਂ 'ਚ ਵੀ ਤਾਂ ਆਉਂਦੀਆਂ ਨੇ। ਦੇਖੋ 0 ਤੋਂ ਸ਼ੁਰੂ ਹੁੰਦੀਆਂ ਪੂਰਨ ਸੰਖਿਆਵਾਂ ਹੀ ਹੁੰਦੀਆਂ। ਠੀਕ ਹੈ, 3 4 ਅਪ ਟੂ ਸੋ ਹੁਣ ਪਤਾ ਨਹੀਂ ਕਿੱਥੋਂ ਖਤਮ ਹੁੰਦੀਆਂ। ਫਿਰ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ? ਜਿਹੜੀਆਂ 1 ਤੋਂ ਸ਼ੁਰੂ ਹੁੰਦੀਆਂ। ਤੇ ਕਿਹਦੇ ਵਿੱਚ ਆਉਂਦੀਆਂ ਇਹ? 0 ਤੋਂ ਬਿਨਾ ਸਾਰੀਆਂ ਪੂਰਨ ਸੰਖਿਆਵਾਂ, ਇਹ ਸਾਰੀਆਂ ਪੂਰਨ ਹੀ ਆ 0 ਤੋਂ ਬਿਨਾ। ਠੀਕ ਹੈ, ਤਾਂ ਕੀ ਹੁੰਦੀਆਂ ਇਹ? ਪ੍ਰਕਿਰਤਿਕ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਜੇ ਥੋੜਾ ਬੇਸਿਕ ਚੋਂ ਘੁਮਾ ਫਿਰਾ ਕੇ ਪਾਉਣਾ ਹੋਵੇ ਤਾਂ MCQ ਇਦਾਂ ਹੀ ਪਾਏ ਜਾਣਗੇ। ਨੈਕਸਟ ਹੈ ਜੀ, ਹਾਂਜੀ, ਜੇਕਰ 5x + 0 ਡਿਵਾਈਡ 3x + 2 ਬਰਾਬਰ 1 ਹੋਵੇ ਤਾਂ x ਦਾ ਮੁੱਲ ਪਤਾ ਕਰੋ। ਦੇਖੋ ਇਹਦੇ ਵਿੱਚ ਬਹੁਤ ਹੀ ਸਿੰਪਲ ਵੇ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਇਹ ਕੀ ਤੁਹਾਨੂੰ ਦਿੱਤਾ ਹੋਇਆ 5x + 0। ਵੈਸੇ ਤਾਂ ਇਹਦੀ ਕੀ ਆ ਕਿ ਤੁਸੀਂ ਕ੍ਰੋਸ ਮਲਟੀਪਲਾਈ ਕਰ ਲਓ। ਠੀਕ ਹੈ, ਤੇ x ਵਾਲੇ ਇੱਕ ਸਾਈਡ ਲੈ ਆਓ, ਦੂਸਰੇ ਨੰਬਰ ਇੱਕ ਸਾਈਡ ਲੈ ਆਓ ਜਿਹੜੇ ਵਿਦਆਊਟ x ਆ। ਪਰ ਇਹਦੀ ਸ਼ਾਰਟ ਟ੍ਰਿਕ ਜੇ ਆਪਾਂ ਕਰੀਏ ਤਾਂ ਤੁਸੀਂ ਪਹਿਲਾਂ ਆਪਸ਼ਨ A 1 ਦਿੱਤੀ ਹੋਈ ਆ, 1 ਭਰ ਕੇ ਦੇਖ ਲਓ। ਜੇ 1 ਬਰਾਬਰ 1 ਬਣ ਗਿਆ ਤਾਂ ਇਹਦਾ ਮਤਲਬ 1 ਹੀ ਰਾਈਟ ਆਂਸਰ ਹੋਊਗਾ। 1 ਜਦੋਂ ਭਰਦੇ ਆ, ਜਦੋਂ ਮੈਂ x ਨੂੰ x ਦੀ ਜਗ੍ਹਾ ਤੇ ਮੈਂ 1 ਲਿਖੂੰਗੀ। ਠੀਕ ਹੈ, x ਨੂੰ ਭਰਨ ਦਾ ਮਤਲਬ ਕੀ ਹੈ ਕਿ x ਨੂੰ ਮੈਂ 1 ਲਿਖ ਲਿਆ। ਜਦੋਂ ਮੈਂ x ਨੂੰ 1 ਲਿਖ ਲਿਆ ਤਾਂ ਇਹ ਕੀ ਬਣ ਗਿਆ? 5 ਏਕਮ 5 + 0 5 ਤੇ 3 ਏਕਮ 3 + 2 5। 5 ਦੇ ਨਾਲ 5 ਕੈਂਸਲ ਹੋ ਗਿਆ ਤਾਂ ਬਣ ਗਿਆ 1 ਬਰਾਬਰ 1। 1 ਬਰਾਬਰ 1 ਤਾਂ ਇਹ ਪਿਆ ਸੀ, ਇਹਦਾ ਸਾਰੇ ਦਾ ਵੀ ਮੇਰੇ ਕੋਲ 1 ਬਣ ਗਿਆ। ਤਾਂ ਆਪਸ਼ਨ ਨੰਬਰ A ਹੀ ਰਾਈਟ ਆਂਸਰ ਹੋਊਗਾ। ਬਾਈ ਚਾਂਸ ਮੇਰੇ ਕੋਲ 1 ਨਾ ਬਣਦਾ ਤਾਂ ਮੈਂ 0 ਭਰ ਕੇ ਦੇਖ ਲੈਣਾ ਸੀ। ਠੀਕ ਹੈ, ਜੇ ਫਿਰ ਵੀ 1 ਨਾ ਬਣਦਾ ਤਾਂ ਮੈਂ 3 ਭਰ ਕੇ ਦੇਖ ਲੈਣਾ ਸੀ। ਜਦੋਂ ਮੈਂ 3 ਭਰਨਾ ਸੀਗਾ ਤਾਂ ਫਿਰ ਦੇਖ ਲੈਣਾ ਸੀ ਕਿ ਕੀ ਬਣ ਰਿਹਾ ਵਾ। ਦੇਖੋ 5 ਤੀਏ 15, ਉੱਪਰ 15 ਬਣ ਜਾਣਾ ਸੀਗਾ। 3 ਤੀਏ 9, 9 ਤੇ 2 11, ਹੇਠਾਂ 11, ਫਿਰ ਵੀ ਨਹੀਂ 1 ਬਣਨਾ ਸੀ ਇਸ ਤਰ੍ਹਾਂ। ਠੀਕ ਹੈ, ਅਗਲੀਆਂ ਆਪਸ਼ਨ ਭਰ ਲੈਣੀਆਂ ਸੀਗੀਆਂ। ਜਾਂ ਫਿਰ ਇਹਦਾ ਇੱਕ ਮੈਥਡ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਕ੍ਰੋਸ ਮਲਟੀਪਲਾਈ ਕਰੋ, x ਨੂੰ ਇੱਕ ਸਾਈਡ ਲੈ ਆਓ। ਨੈਕਸਟ ਹੈ, ਜੇ ਕਿਸੇ ਵਸਤੂ ਦੀ ਕੀਮਤ ਉਸ ਦੇ ਅਸਲ ਮੁੱਲ ਤੋਂ 15% ਘਟਾ ਦਿੱਤੀ ਜਾਵੇ ਤੇ ਜੇ ਅਸਲ ਮੁੱਲ ਵੀ 80 ਹੋਵੇ ਤਾਂ ਘਟੀ ਹੋਈ ਕੀਮਤ ਪਤਾ ਕਰੋ। ਹਾਂਜੀ, ਕਿੰਨੇ ਰੁਪਏ ਘਟਾਏ ਗਏ ਆ ਇਹ ਅਸੀਂ ਪਤਾ ਕਰਨਾ। ਕੋਈ ਵਸਤੂ ਹੈ ਜਿਹੜੀ ਤੁਹਾਨੂੰ ਬਾਜ਼ਾਰ ਦੇ ਵਿੱਚ 80 ਰੁਪਏ 'ਚ ਮਿਲ ਰਹੀ ਆ ਤੇ ਦੁਕਾਨਦਾਰ ਤੁਹਾਨੂੰ ਬੋਲ ਰਿਹਾ ਕਿ ਮੈਂ ਤੁਹਾਨੂੰ 15% ਡਿਸਕਾਊਂਟ ਤੇ ਦੇ ਦਿੰਨਾ ਵਾਂ। ਠੀਕ ਹੈ, ਤਾਂ ਤੁਸੀਂ ਕੀ ਕਰਨੀ ਆ? ਉਹਦੀ ਕੀਮਤ ਪਤਾ ਕਰਨੀ ਹੈ ਕਿ ਕਿੰਨੇ ਰੁਪਏ ਉਹਨੇ ਤੁਹਾਨੂੰ ਘੱਟ ਦੇਣੀ ਆ ਉਹ ਵਸਤੂ। ਤਾਂ ਇਹ ਪਤਾ ਕਰਨ ਦੇ ਲਈ ਦੇਖੋ ਵਸਤੂ ਦਾ ਅਸਲੀ ਮੁੱਲ 80% 80 ਆ। ਠੀਕ ਹੈ, 80 ਰੁਪਏ ਆ ਤੇ ਉਹਦਾ 15% ਉਹਨੇ ਘੱਟ ਦੇਣਾ। ਵਸਤੂ ਦਾ 15% ਘੱਟ ਦੇਣਾ ਮਨਾ, ਤਾਂ 15% ਦਾ ਮਤਲਬ ਕੀ ਹੁੰਦਾ? 15/100। ਪਰਸੈਂਟੇਜ ਦਾ ਮਤਲਬ ਹੀ ਹੁੰਦਾ ਨਾ 1/100, ਤਾਂ ਮੈਂ ਵਟਾ 100 ਲਗਾਤਾ। ਇਹਦਾ 15% ਕਿਉਂਕਿ ਮੈਂ ਕੀ ਕੱਢਣਾ ਵਾ, ਜੇ ਧਿਆਨ ਦਿਓ ਤਾਂ ਤੁਹਾਨੂੰ ਪਤਾ ਲੱਗ ਰਿਹਾ 80 ਦਾ 15% ਕੱਢ ਰਹੀ ਹਾਂ। 80 ਦਾ 15% ਕੱਢ ਰਹੀ ਹਾਂ ਕਿ ਕਿੰਨੀ ਜਿਹੜੀ ਉਹ ਵਸਤੂ ਆ ਤਾਂ ਉਹਦੀ ਅਸੀਂ ਘਟੀ ਹੋਈ ਕੀਮਤ ਪਤਾ ਕਰਨੀ ਆ। ਜਿਹੜੀ ਉਹਦੀ ਕੀਮਤ ਪਤਾ ਕਰਨੀ ਆ ਉਹ ਕਿੰਨੀ ਆ। ਤਾਂ ਇਹਦੇ ਵਿੱਚੋਂ ਜਦੋਂ ਮੈਂ ਮਾਈਨਸ ਕੀਤਾ, ਜਦੋਂ ਮੈਂ ਇਹਨੂੰ ਡਿਵਾਈਡ ਕਰੂੰਗੀ ਤਾਂ 5 ਤੀਏ 15, 20 5 100। ਠੀਕ ਹੈ, ਉਸ ਤੋਂ ਬਾਅਦ 20 ਏਕਮ 20, 20 ਚੌਕਾ 80 ਤੇ ਇਹ ਮਗਰ ਕਿੰਨਾ ਬਚ ਗਿਆ? 4 ਗੁਣਾ 3 12, ਮਤਲਬ ਉਹ 12 ਰੁਪਏ ਹੀ ਘੱਟ ਕਰੂਗਾ ਉਹ ਐਕਚੁਅਲ ਵਸਤੂ ਦੇ ਮਗਰ। ਠੀਕ ਹੈ, ਜੇ ਕਿਸੇ ਵਸਤੂ ਦੀ ਕੀਮਤ ਅਤੇ ਉਸ ਦੇ ਅਸਲ ਮੁੱਲ ਤੋਂ 15% ਆਪਾਂ ਘਟਾਤਾ। ਠੀਕ ਹੈ, ਅਸਲ ਮੁੱਲ ਆ ਜਿਹੜਾ 80 ਰੁਪਏ ਆ, 80 ਚੋਂ 15 ਘਟਾਤਾ ਤਾਂ ਘਟੀ ਹੋਈ ਕੀਮਤ ਪਤਾ ਕਰੋ। ਘਟੀ ਹੋਈ ਕੀਮਤ ਮਤਲਬ ਉਹਨੇ ਜਿਹੜੇ ਘੱਟ ਪੈਸੇ ਕੀਤੇ ਆ ਉਹ ਤਾਂ ਹੈਗੇ ਆ 12 ਰੁਪਏ ਉਹਨੇ ਘੱਟ ਕਰਕੇ ਦਿੱਤੀ ਆ ਸਾਨੂੰ।
ਤਾਂ ਘਟੀ ਹੋਈ ਕੀਮਤ ਪਤਾ ਕਰੋ। ਹੁਣ ਉਹ ਵਸਤੂ ਦੀ ਕੀਮਤ ਕਿੰਨੀ ਰਹਿ ਗਈ ਆ, ਅਸੀਂ ਇੱਥੇ ਇਹ ਨਹੀਂ ਦੱਸਣਾ ਕਿ ਕਿੰਨੇ ਰੁਪਏ ਘੱਟ ਕੀਤੇ ਉਹ ਤੁਸੀਂ ਪਤਾ ਕਰਨੇ, ਤਾਂ 12 ਦੀ ਆਪਸ਼ਨ ਲਗਾ ਦੋਗੇ। ਇਸੇ ਕਰਕੇ ਸਾਡੇ ਜਿਹੜੇ ਆਨਸਰ ਆ ਉਹ ਗਲਤ ਹੋ ਜਾਂਦੇ ਆ ਮੋਸਟਲੀ। ਇੱਥੇ ਕੀ ਲਿਖਿਆ ਉਹਨੇ, ਘਟੀ ਹੋਈ ਕੀਮਤ ਪਤਾ ਕਰੋ, ਮਤਲਬ ਜਿਹੜੀ ਵਸਤੂ ਦੀ ਐਕਚੁਅਲ ਕੀਮਤ ਰਹਿ ਗਈ ਘਟਾ ਕੇ ਉਹ ਤੁਸੀਂ ਪਤਾ ਕਰਨੀ ਆ। ਵਸਤੂ ਸੀਗੀ 80 ਰੁਪਏ ਦੀ, 12 ਰੁਪਏ ਦੁਕਾਨਦਾਰ ਨੇ ਘਟਾ ਤੇ 15% ਡਿਸਕਾਊਂਟ ਦੇ ਕੇ, ਤਾਂ ਹੁਣ ਉਹ ਵਸਤੂ ਸਾਨੂੰ 68 ਰੁਪਏ ਚ ਮਿਲੂਗੀ। ਤਾਂ ਉਹਦੀ ਕਿਹੜੀ ਘਟੀ ਹੋਈ ਕੀਮਤ ਰਹਿ ਗਈ ਨਾ, ਉਹ 68 ਰੁਪਏ ਰਹਿ ਗਈ ਹੈ ਇੱਥੇ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਇੱਕ ਰੱਸੀ ਦੇ 5 ਟੁਕੜਿਆਂ ਦੀ ਲੰਬਾਈ। ਹਾਂਜੀ, ਇੱਕ ਰੱਸੀ ਆ ਜਿਹਦੇ 5 ਟੁਕੜੇ ਕੀਤੇ ਗਏ ਆ, ਠੀਕ ਹੈ, ਤੇ ਇਹਦੇ 5 ਟੁਕੜਿਆਂ ਦੀ ਜਿਹੜੀ ਲੰਬਾਈ ਆ ਉਹ ਕਿੰਨੀ ਬਣ ਗਈ। 5 ਟੁਕੜਿਆਂ ਦੀ ਲੰਬਾਈ, ਹਾਂਜੀ ਇੱਕ ਮਿੰਟ, 5 ਟੁਕੜਿਆਂ ਦੀ ਲੰਬਾਈ, ਇੱਕ ਰੱਸੀ ਦੇ 5 ਟੁਕੜਿਆਂ ਦੀ ਲੰਬਾਈ ਸੈਂਟੀਮੀਟਰ ਦੇ ਵਿੱਚ ਦਿੱਤੀ ਹੋਈ ਆ, ਕਿੰਨੀ ਆ 5, 5.2, ਠੀਕ ਹੈ, 5, 5.2, ਫਿਰ 6.3। ਇੱਕ ਰੱਸੀ ਆ ਉਹਦੇ 5 ਇਕੁਅਲ ਟੋਟੇ ਕੀਤੇ ਗਏ ਆ, ਜਿਹੜੇ ਕਿ ਮੈਂ ਤੁਹਾਡੇ ਸਾਹਮਣੇ ਲਿਖ ਦਿੱਤੇ ਆ ਕਿਵੇਂ ਕੀਤੇ ਗਏ ਆ, ਠੀਕ ਹੈ। ਤਾਂ ਇਹ ਟੁਕੜਿਆਂ ਦੀ ਤੁਸੀਂ ਔਸਤ ਪਤਾ ਕਰਨੀ ਹੈ, ਕਿੰਨੇ ਟੁਕੜੇ ਹੋਏ ਆ 5। ਔਸਤ ਦਾ ਫਾਰਮੂਲਾ ਹੁੰਦਾ ਸੰਖਿਆਵਾਂ ਦਾ ਜੋੜ, ਮਤਲਬ ਇਹਨਾਂ ਸਾਰੀਆਂ ਸੰਖਿਆਵਾਂ ਦਾ ਜੋੜ ਕਰ ਦੋ, ਤੇ ਬਟਾ ਹੁੰਦਾ ਸੰਖਿਆਵਾਂ ਦੀ ਗਿਣਤੀ। ਕਿੰਨੀਆਂ ਸੰਖਿਆਵਾਂ ਨੇ ਟੋਟਲ 5, 5 ਹੀ ਟੁਕੜੇ ਕੀਤੇ ਗਏ ਆ ਨਾ। ਤਾਂ ਇਹਨਾਂ ਸਾਰਿਆਂ ਦਾ ਜਦੋਂ ਅਸੀਂ ਜੋੜ ਕਰਾਂਗੇ ਤਾਂ ਦੇਖੋ, ਪਹਿਲਾਂ ਅਸੀਂ ਪੁਆਇੰਟ ਤੋਂ ਇਕਾਈ ਅੰਕ ਦਾ ਕਰਦੇ ਹਾਂ। 3 ਤੇ 2 5, 5 3 8, 8 ਤੇ 2 10, ਇਹ ਬਣ ਗਿਆ ਜੀ 10। ਯਾਨੀ ਕਿ ਪੁਆਇੰਟ ਦਾ ਇੱਕ ਅੱਖਰ ਛੱਡ ਕੇ ਹੈ ਨਾ, ਤਾਂ ਆਪਾਂ 1 ਲਗਾ ਲਿਆ, ਇੱਕ ਅੱਖਰ ਛੱਡ ਕੇ। ਹੁਣ ਆਪਾਂ ਪੁਆਇੰਟ ਤੋਂ ਪਹਿਲਾਂ ਵਾਲੇ ਅੱਖਰਾਂ ਦਾ ਜੇ ਜੋੜ ਕਰੀਏ, 6 ਤੇ 7 13, ਠੀਕ ਹੈ, ਜਾਂ 6 ਤੇ 7 ਕਿੰਨੇ ਹੋ ਗਏ 13, 13 ਤੇ 6 ਹੋ ਗਏ 19, 19 ਤੇ 5, ਹਾਂਜੀ 19 ਤੇ 5 24, 24 ਤੇ 5 ਤੁਸੀਂ ਦੇਖ ਸਕਦੇ ਹੋ, 24 ਤੇ 5 ਹੋ ਗਏ ਜੀ। ਇਹ ਹੋਣਗੇ ਤੁਹਾਡੇ ਕੋਲ, ਜਦੋਂ ਅਸੀਂ 24 ਦੇ ਵਿੱਚੋਂ 5 ਜੋੜਾਂਗੇ 29, 29 ਦੇ ਵਿੱਚ ਵੀ ਜਦੋਂ ਮੈਂ ਇੱਕ ਮੇਰਾ ਹਾਸਲ ਵਧਿਆ ਸੀ ਜੋ ਪਿਛਲਾ, ਉਹ ਜੋੜਿਆ ਤਾਂ ਇਹ ਬਣ ਗਏ 30, ਠੀਕ ਹੈ, ਇਹ ਬਣ ਗਿਆ ਜੀ 30.0। 0 ਪੁਆਇੰਟ ਤੋਂ ਬਾਅਦ 0 ਦਾ ਕੋਈ ਮਤਲਬ ਨਹੀਂ ਹੁੰਦਾ। ਤਾਂ 1 ਪਾਇਆ 5 ਆ, 6 5 30, ਆਨਸਰ ਆ ਗਿਆ 6.0। ਜੇ ਆਪਸ਼ਨ 'ਚ ਇਕੱਲਾ 6 ਆ ਤਾਂ ਉਹ ਲਗਾ ਦਿਓ, ਜੇ 6.0 ਆ ਤਾਂ ਉਹ ਆਪਸ਼ਨ ਲਗਾ ਦਿਓ। ਤਾਂ ਬੀ ਆਪਸ਼ਨ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਇੱਕ ਆਦਮੀ 2575.60 ਰੁਪਏ ਵਿੱਚ ਇੱਕ ਵਸਤੂ ਵੇਚਦਾ। ਹਾਂਜੀ, ਉਹਦੇ ਵਸਤੂ ਦਾ ਵੇਚ ਮੁੱਲ ਕਿੰਨਾ 2575.60। ਜੇਕਰ ਉਸ ਵਸਤੂ ਦਾ ਖਰੀਦ ਮੁੱਲ ਕਿੰਨਾ 2450 ਰੁਪਏ ਹੋਵੇ, ਤਾਂ ਉਸ ਨੂੰ ਜਿਹੜੀ ਵਸਤੂ ਆ ਉਹਦਾ ਪ੍ਰਤੀਸ਼ਤ ਪਤਾ ਕਰਨਾ ਸੀ, ਲਾਭ ਪ੍ਰਤੀਸ਼ਤ। ਹੋ ਸਕਦਾ ਸੀ ਇੱਥੇ ਉਹ ਲਾਭ ਹਾਨੀ ਦੋਨੇ ਪਾ ਦਿੰਦਾ ਕਿ ਲਾਭ ਹਾਨੀ ਵੀ ਪਤਾ ਕਰਨੀ ਹੈ ਨਾਲ ਕੀ ਹੋਇਆ ਉਹਨੂੰ। ਤਾਂ ਸਾਨੂੰ ਇੱਥੋਂ ਕਲੀਅਰ ਹੋ ਰਿਹਾ, ਪਹਿਲਾਂ ਤਾਂ ਲਾਭ ਪ੍ਰਤੀਸ਼ਤ ਪਤਾ ਕਰਨਾ। ਤਾਂ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਦੇਖੋ ਤੁਸੀਂ ਕੀ ਹੁੰਦਾ। ਲਾਭ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਵਾ ਜੀ, ਲਾਭ ਮਤਲਬ ਜਿੰਨਾ ਲਾਭ ਹੋਇਆ ਉਹਨੂੰ ਉੱਪਰ ਰੱਖ ਲੈਣਾ, ਜਿਹੜਾ ਉਹਦਾ ਕੋਸਟ ਪ੍ਰਾਈਸ ਆ ਉਹਨੂੰ ਹੇਠਾਂ ਰੱਖ ਲੈਣਾ, ਖਰੀਦ ਮੁੱਲ ਨੂੰ ਗੁਣਾ ਕਰ ਦੇਣਾ 100 ਨਾਲ, ਕਿਉਂਕਿ ਪਰਸੈਂਟੇਜ ਕੱਢਣ ਦੇ ਲਈ ਅਸੀਂ ਗੁਣਾ ਕਿਹਦੇ ਨਾਲ ਕਰਦੇ ਹਾਂ 100 ਨਾਲ। ਤਾਂ ਹੁਣ ਇੱਥੇ ਲਾਭ ਦੇਖੋ ਕਿੰਨਾ ਹੋਇਆ, ਕੋਈ ਵਸਤੂ ਉਹਨੇ 2575.60 'ਚ ਵੇਚੀ ਆ, ਮਤਲਬ ਉਹਨੂੰ ਲਾਭ ਹੋ ਗਿਆ ਨਾ 2450 'ਚ ਉਹਨੇ ਖਰੀਦੀ। ਕਿੰਨਾ ਲਾਭ ਹੋ ਰਿਹਾ ਘਟਾ ਕੇ ਪਤਾ ਲੱਗ ਜਾਣਾ ਤੁਹਾਨੂੰ, ਨਹੀਂ ਤਾਂ ਇਦਾਂ ਵੀ ਪਤਾ ਲੱਗ ਰਿਹਾ ਕਿ 125.60 ਰੁਪਏ ਦਾ ਜਿਹੜਾ ਲਾਭ ਆ ਉਹਨੂੰ ਹੋਇਆ ਵਾ, ਠੀਕ ਹੈ, ਬਟਾ ਕੋਸਟ ਪ੍ਰਾਈਸ ਉਹਦਾ ਕਿੰਨਾ ਵਾ 2450 ਹੀ ਆ, ਗੁਣਾ 100। ਤੁਸੀਂ ਦੇਖੋ ਆਹ ਪੁਆਇੰਟ ਆ, ਜਿਹੜਾ ਇੱਥੇ ਪੁਆਇੰਟ ਲੱਗਿਆ ਦਿਖ ਰਿਹਾ ਨਾ ਤੁਹਾਨੂੰ ਸਭ ਨੂੰ, ਇਹ ਪੁਆਇੰਟ ਆ। ਇਹ ਪੁਆਇੰਟ ਤੋਂ ਬਾਅਦ 2 ਡਿਜਿਟ ਆ, ਤਾਂ ਹੇਠਾਂ 2 ਜ਼ੀਰੋਆਂ ਲਗਾ ਲੈਂਦੇ ਆ ਪੁਆਇੰਟ ਹਟਾ ਕੇ। ਤਾਂ 2 ਜ਼ੀਰੋ ਨਾਲ ਮੈਂ 2 ਜ਼ੀਰੋ ਲਗਾ ਦਿੱਤੀਆਂ ਨੇ, ਠੀਕ ਹੈ, ਤੇ 2 ਜ਼ੀਰੋ ਕੱਟ ਹੋ ਗਈਆਂ ਵਾ, ਤੇ 1 ਜ਼ੀਰੋ ਇਹ ਆ ਤੇ 1 ਜ਼ੀਰੋ ਇਹ ਆ, ਇਹ ਵੀ ਇਹਦੇ ਨਾਲ ਕੱਟ ਹੋ ਗਈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਵਾ ਕਿ 3 ਦੇ ਪਹਾੜੇ ਤੇ ਕੱਟ ਕਰਕੇ ਦੇਖ ਲੈਂਦੇ ਆ, ਠੀਕ ਹੈ, 3 ਦੇ ਪਹਾੜੇ ਤੇ ਕੱਟ ਕਰਕੇ ਹੋ ਸਕਦਾ ਇਹ ਨਾ ਵੰਡੇ ਜਾਣ। ਫਿਰ 245 ਨੂੰ ਅਸੀਂ ਕਿੰਨੇ ਨਾਲ ਮਲਟੀਪਲਾਈ ਕਰੀਏ ਕਿ ਇਹ 1256 ਵਾ ਜਿਹੜਾ ਪੂਰਾ ਖਤਮ ਹੋ ਜਾਏ, ਜੋ ਰਹਿ ਗਿਆ ਮੇਰੇ ਕੋਲ, ਠੀਕ ਹੈ। ਤਾਂ ਹੁਣ ਦੇਖ ਲੈਂਦੇ ਹਾਂ 245 ਤੇ 56 ਨੂੰ ਅਸੀਂ ਕਿਹਦੇ ਤੇ ਕੱਟ ਕਰੀਏ, ਜਾਂ ਛੋਟੇ ਤੋਂ ਛੋਟੇ ਟੇਬਲ ਤੇ ਡਿਵਾਈਡ ਵੀ ਕਰਾਂਗੇ ਤਾਂ ਇਹ ਤੁਹਾਡੇ ਕੋਲੇ ਬਣੇਗਾ ਜੀ 5.12 ਸਮਥਿੰਗ, ਠੀਕ ਹੈ, 5 ਪੁਆਇੰਟ ਸਮਥਿੰਗ ਬਣ ਗਿਆ ਨਾ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜਾ ਤੁਹਾਡਾ ਆਨਸਰ ਆ ਉਹ ਲਗਭਗ 5 ਦੇ ਨੇੜੇ ਆ ਰਿਹਾ, ਕਿਉਂਕਿ
ਪੁਆਇੰਟ ਦੇ ਵਿੱਚ ਆਨਸਰ ਮੈਂਸ਼ਨ ਨਹੀਂ ਕਰਨਾ ਤਾਂ ਅਪਰੋਕਸੀਮੇਟ ਆ ਜਿਹੜਾ ਸਾਡੇ ਕੋਲ ਕਿੰਨਾ ਹੋ ਰਿਹਾ 5 ਹੀ ਬਣ ਰਿਹਾ, 6 ਦੀ ਆਪਸ਼ਨ ਵੀ ਨਹੀਂ ਗੀ। ਤਾਂ ਆਪਸ਼ਨ ਏ ਇੱਥੇ ਅਸੀਂ ਰਾਈਟ ਲਗਾਵਾਂਗੇ। ਵੈਸੇ ਵੀ ਜੇ 50 ਪਲੱਸ ਹੁੰਦਾ ਮਗਰ ਤਾਂ ਫਿਰ ਅਸੀਂ 6 ਵੀ ਲਗਾ ਸਕਦੇ ਸੀ, ਪਰ ਹੁਣ ਇਹ 50 ਤੋਂ ਤਾਂ ਛੋਟਾ ਵਾ ਨਾ, 5 ਤੋਂ ਛੋਟਾ ਵਾ, ਤਾਂ ਇਹਦਾ 5 ਆਨਸਰ ਆਪਸ਼ਨ ਏ ਰਾਈਟ ਆਨਸਰ ਹੈ। ਨੈਕਸਟ, ਕਿੰਨਾ ਸਮਾਂ ਲੱਗੇਗਾ ਰਕਮ ਨੂੰ ਦੁੱਗਣੀ ਹੋਣ ਵਿੱਚ ਜੇਕਰ 5% ਸਾਲਾਨਾ ਵਿਆਜ ਹੋਵੇ? ਕਿੰਨਾ ਸਮਾਂ ਲੱਗੇਗਾ ਰਕਮ ਨੂੰ ਦੁੱਗਣੀ ਹੋਣ ਵਿੱਚ ਜੇਕਰ 5% ਸਾਲਾਨਾ ਵਿਆਜ ਹੋਵੇ? ਹਾਂਜੀ 5% ਵਿਆਜ ਸਾਲਾਨਾ ਵਿਆਜ ਯਾਨੀ ਕਿ ਰੇਟ ਸਾਨੂੰ ਇਕੱਲਾ ਗਿਵਨ ਹੈ ਇਹਦੇ ਵਿੱਚ 5%, ਬਾਕੀ ਇੱਕ ਕੰਡੀਸ਼ਨ ਦਿੱਤੀ ਹੋਈ ਹੈ ਕਿ ਕਿੰਨਾ ਸਮਾਂ ਲੱਗੇਗਾ। ਇੱਥੋਂ ਪਤਾ ਲੱਗ ਰਿਹਾ ਕਿ ਅਸੀਂ ਟਾਈਮ ਪਤਾ ਕਰਨਾ ਵਾ, ਠੀਕ ਹੈ, ਕੀ ਪਤਾ ਕਰਨਾ ਵਾ? ਟਾਈਮ ਪਤਾ ਕਰਨਾ ਵਾ, ਪਰ ਰਕਮ ਕੀ ਹੋ ਰਹੀ ਆ? ਦੁੱਗਣੀ ਹੋ ਰਹੀ ਆ। ਜੇ ਮੇਰੇ ਕੋਲ ਮੂਲ ਰਾਸ਼ੀ P ਆ, ਮੰਨ ਲਓ ਮੈਂ ਮੂਲ ਰਾਸ਼ੀ 100 ਰੁਪਇਆ ਲਿਆ ਵਾ ਤਾਂ ਰਕਮ ਕਿੰਨੀ ਬਣ ਜੂਗੀ? 200 ਬਣ ਜੂਗੀ। ਦੁੱਗਣੀ ਦਾ ਮਤਲਬ 2 ਗੁਣਾ, ਠੀਕ ਹੈ। ਜੇ ਮੈਂ ਮੂਲ ਰਾਸ਼ੀ P ਲੈਣੀ ਆ ਤਾਂ ਰਕਮ ਕਿੰਨੀ ਬਣ ਜੂਗੀ? 2P ਬਣ ਜੂਗੀ। ਇੱਥੇ ਮੇਰਾ ਮੂਲਧਨ ਕਿੰਨਾ ਵਾ? P ਆ, ਰਕਮ 2P ਆ, ਤਾਂ ਵਿਆਜ ਕਿੰਨਾ ਲੱਗੂਗਾ? ਵਿਆਜ ਰਕਮ ਦੇਖੋ, ਜਿਹੜੀ ਰਕਮ ਉਹ ਵਿਆਜ ਤੇ ਮੂਲ ਰਾਸ਼ੀ ਨੂੰ ਜੋੜ ਕਰਕੇ ਬਣਦੀ ਆ, ਠੀਕ ਹੈ। ਤੇ ਜਿਹੜਾ ਵਿਆਜ ਆ ਉਹਦੇ ਵਿੱਚੋਂ ਅਸੀਂ ਰਕਮ ਦੇ ਵਿੱਚੋਂ ਜਿਹੜੀ ਸਾਡੀ ਮੂਲ ਰਾਸ਼ੀ ਲਈ ਆ, ਮੈਂ ਮੂਲ ਰਾਸ਼ੀ ਨੂੰ P ਮੰਨਿਆ ਹੋਇਆ, ਜਿਹੜੀ ਮੈਂ ਮੂਲ ਰਾਸ਼ੀ ਲਈ ਆ ਉਹ ਤਾਂ P ਰਹਿ ਜੂਗੀ ਨਾ, ਉਹ ਚੋਂ ਮਾਈਨਸ ਹੀ ਕਰੂੰਗੀ ਨਾ। ਮੰਨ ਕੇ ਚਲੋ ਮੈਂ 100 ਰੁਪਏ ਦੀ ਜਿਹੜੀ ਰਾਸ਼ੀ ਆ ਉਧਾਰ ਲੈ ਲਈ ਆ, ਠੀਕ ਹੈ। ਤਾਂ ਚਲੋ ਆਪਾਂ 100 ਰੁਪਇਆ ਲੈ ਕੇ ਮੈਂ ਤੁਹਾਨੂੰ ਕਰਵਾ ਦਿੰਨੀ ਆ, ਉਹਦੇ ਨਾਲ ਜ਼ਿਆਦਾ ਬੈਟਰ ਰਹੂਗਾ। ਆਪਾਂ ਪਹਿਲਾਂ ਮੇਰੇ ਨਾਲ ਇਹ ਵਾਲਾ ਕਰ ਲੈਂਦੇ ਆ ਜੋ ਮੈਂ ਸ਼ੁਰੂ ਕੀਤਾ ਵਾ। ਤਾਂ ਵਿਆਜ ਦਾ ਫਾਰਮੂਲਾ ਹੁੰਦਾ ਵਾ ਵਿਆਜ ਜੋ ਮੇਰੇ ਕੋਲ P ਆ ਬਰਾਬਰ ਮੂਲਧਨ ਵੀ ਮੇਰੇ ਕੋਲੇ P ਆ, ਗੁਣਾ ਦਰ 5 ਦਿੱਤੀ ਹੋਈ ਆ, ਗੁਣਾ ਸਮਾਂ ਅਸੀਂ ਪਤਾ ਕਰਨਾ ਬਟਾ 100, ਠੀਕ ਹੈ। ਇੱਥੋਂ ਤੱਕ ਤਾਂ ਕਲੀਅਰ ਹੋਇਆ ਨਾ। ਤਾਂ ਹੁਣ ਦੇਖੋ P ਦੇ ਨਾਲ ਜਿਹੜੀ P ਆ ਉਹ ਕੈਂਸਲ ਹੋ ਗਈ, ਇੱਥੇ 1 ਰਹਿ ਗਿਆ ਤੇ ਇਹ 100 ਇੱਧਰ ਡਿਵਾਈਡ ਹੋ ਰਿਹਾ, ਇੱਧਰ ਆ ਕੇ ਕੀ ਹੋ ਗਿਆ? ਗੁਣਾ ਹੋ ਗਿਆ 1 ਦੇ ਨਾਲ, ਤੇ 5 ਆ ਜਿਹੜਾ ਉੱਧਰ ਗੁਣਾ ਹੋ ਰਿਹਾ T ਦੇ ਨਾਲ ਤੇ ਇੱਧਰ ਆ ਕੇ ਡਿਵਾਈਡ ਹੋ ਜਾਊਗਾ। ਕਿਉਂਕਿ ਮੈਂ ਇਕੱਲਾ ਸਮਾਂ ਕੱਢਣਾ ਤਾਂ T ਹੀ ਉੱਧਰ ਰੱਖੂੰਗੀ, ਬਾਕੀ ਜੋ ਵੀ ਨਾਲ ਪਿਆ ਉਹ ਇੱਧਰ ਲੈ ਆਉਂਗੀ। ਤੇ 20 5 ਹੁੰਦਾ 100, ਮਤਲਬ ਟਾਈਮ ਹੋ ਗਿਆ 20 ਸਾਲ। 20 ਸਾਲਾਂ ਦੇ ਵਿੱਚ ਕੋਈ ਰਕਮ ਆ ਜਿਹੜੀ ਉਹ ਦੁੱਗਣੀ ਹੋਊਗੀ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਹੁਣ ਜੋ ਮੈਂ 100 ਰੁਪਏ ਵਾਲਾ ਕਨਸੈਪਟ ਦੱਸ ਰਹੀ ਸੀਗੀ, ਮੰਨ ਕੇ ਚੱਲੋ ਜਿਹੜੀ ਮੇਰੀ ਰਾਸ਼ੀ ਆ, ਮੈਂ ਮੂਲ ਰਾਸ਼ੀ 100 ਰੁਪਇਆ ਲੈ ਲਈ ਤੇ ਉਹ ਵਿਆਜ ਵਗੈਰਾ ਲੱਗ ਕੇ ਦੁੱਗਣੀ ਬਣ ਗਈ। ਦੁੱਗਣੀ ਮਤਲਬ ਰਾਸ਼ੀ ਦਾ 2 ਗੁਣਾ ਬਣ ਗਈ, ਮਤਲਬ 200 ਹੀ ਬਣ ਗਈ ਨਾ। ਪਰ ਵਿਆਜ ਕੀ ਹੁੰਦਾ ਵਾ? ਵਿਆਜ ਅਸੀਂ ਕਿਵੇਂ ਫਾਈਂਡ ਆਊਟ ਕਰਦੇ ਆ? ਰਕਮ ਦੇ ਵਿੱਚੋਂ ਜਦੋਂ ਮੈਂ ਮੇਰੀ ਮੂਲ ਰਾਸ਼ੀ ਹੀ ਮਾਈਨਸ ਕਰ ਦੂੰਗੀ ਤਾਂ ਵਿਆਜ ਕਿੰਨਾ ਰਹਿ ਗਿਆ? ਰਕਮ ਮੈਂ 100 ਰੁਪਇਆ ਲਈ ਸੀ, ਮੋੜਨੀ ਮੈਂ 200 ਆ, ਠੀਕ ਹੈ। ਮੰਨ ਲਓ ਕਿ ਮੈਂ 100 ਰੁਪਇਆ ਉਧਾਰ ਲਿਆ ਸੀ, ਮੋੜਨਾ ਮੈਂ 200 ਆ, ਤਾਂ ਵਿਆਜ ਕਿੰਨਾ ਲੱਗਿਆ? 100 ਹੀ ਲੱਗਿਆ ਨਾ। ਤੇ ਵਿਆਜ ਦਾ ਫਾਰਮੂਲਾ ਕੀ ਹੁੰਦਾ? ਵਿਆਜ ਦਾ ਫਾਰਮੂਲਾ ਹੁੰਦਾ ਵਾ ਮੂਲਧਨ ਜਾਨੀ ਕਿ ਪ੍ਰਿੰਸੀਪਲ ਗੁਣਾ ਰੇਟ ਮਤਲਬ ਕਿ ਦਰ ਗੁਣਾ ਸਮਾਂ ਵਟਾ 100। ਹੁਣ ਮੇਰਾ ਇੱਥੇ ਵਿਆਜ ਵੀ ਮੈਂ 100 ਲੈ ਲਿਆ, ਠੀਕ ਹੈ, ਤੇ ਪ੍ਰਿੰਸੀਪਲ ਵੀ ਮੈਂ 100 ਹੀ ਲਿਆ ਕਿ ਮੇਰੀ ਮੂਲ ਰਾਸ਼ੀ 100 ਆ। ਰੇਟ ਮੈਨੂੰ ਗਿਵਨ ਆ ਕਿ 5% ਆ, ਬਟਾ ਗੁਣਾ ਟਾਈਮ ਮੈਂ ਪਤਾ ਕਰਨਾ ਬਟਾ 100 ਨਾਲ 100 ਕੈਂਸਲ ਹੋ ਗਿਆ। ਇਹ ਟਾਈਮ ਜੋ ਮੈਂ ਪਤਾ ਕਰਨਾ ਇਹਦੇ ਨਾਲ 5 ਕੀ ਹੋ ਰਿਹਾ? ਗੁਣਾ ਹੋ ਰਿਹਾ। ਇੱਧਰ ਆ ਕੇ ਕੀ ਹੋ ਗਿਆ? ਡਿਵਾਈਡ। ਤਾਂ 20 5 100। ਲਓ ਜੀ ਆਪਾਂ ਦੋਨੇ ਮੈਥਡ ਹੀ ਕਰ ਲਏ। ਆਪਸ਼ਨ B ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ ਹਾਂਜੀ ABCD ਕਿਸੇ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਨੇ। ਜੇਕਰ A ਅਤੇ B 15 ਦਿਨਾਂ ਵਿੱਚ ਅਤੇ ਇਕੱਲਾ C ਉਸੇ ਕੰਮ ਨੂੰ 60 ਦਿਨਾਂ ਵਿੱਚ ਕਰੇਗਾ ਤਾਂ D ਦੁਆਰਾ ਕੀਤੇ ਗਏ ਕੰਮ ਨੂੰ ਕਿੰਨਾ ਸਮਾਂ ਲੱਗੇਗਾ? ਤੁਸੀਂ ਦੇਖੋ A B C ਅਤੇ D ਕਿਸੇ ਕੰਮ ਨੂੰ 20 ਦਿਨਾਂ ਦੇ ਵਿੱਚ ਪੂਰਾ ਕਰ ਰਹੇ ਆ। ਮਤਲਬ A ਕਿੰਨੇ ਬੰਦੇ ਆ? 4 ਬੰਦੇ ਆ, A B C ਤੇ D। ਇਹ ਕਿਸੇ ਕੰਮ ਨੂੰ 20 ਦਿਨਾਂ ਵਿੱਚ ਕਰ ਰਹੇ ਆ। ਇਹਨਾਂ ਦੀ ਐਫੀਸ਼ੀਐਂਸੀ ਵਾਲਾ ਮੈਥਡ ਲਗਾ ਸਕਦੇ ਆ। ਦੂਸਰਾ ਕਿਹੜਾ ਮੈਥਡ ਆ ਕਿ ਇੱਕ ਤੁਸੀਂ ਟ੍ਰੈਡੀਸ਼ਨਲ ਮੈਥਡ ਮੈਂ ਤੁਹਾਨੂੰ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਉਹ ਵਾਲਾ ਕਰਵਾਇਆ, ਇਹਨੂੰ ਵੀ 2-3 ਮੈਥਡ ਨਾਲ ਕਰ ਸਕਦੇ ਆ। ਮੈਂ ਤੁਹਾਨੂੰ ਇੱਕ ਐਫੀਸ਼ੀਐਂਸੀ ਵਾਲਾ ਮੈਥਡ ਕਰਵਾਉਣੀ ਆ ਕਿ ਹਿੰਮਤ ਕਿੰਨੀ ਹੈ ਇਹਨਾਂ ਦੀ, ਠੀਕ ਹੈ। ਉਸ ਤੋਂ ਬਾਅਦ ਉਹਨੇ ਕਿਹਾ ਕਿ A ਤੇ B ਜਦੋਂ ਦੋਵੇਂ ਮਿਲ ਜਾਂਦੇ ਆ ਇਹ ਉਸੇ ਕੰਮ ਨੂੰ 50 ਦਿਨਾਂ ਵਿੱਚ ਖਤਮ ਕਰਦੇ ਆ। ਇੱਕ ਵਾਰ ਫਿਰ ਤੋਂ ਆਪਾਂ ਸਹੀ ਕਰਕੇ ਲਿਖ ਲੈਂਦੇ ਆ।
कि 4 ਬੰਦੇ ਮਿਲ ਕੇ ਕੰਮ ਕਰ ਰਹੇ ਆ ਸੀ ਤੇ ਡੀ ਕਿੰਨੇ ਦਿਨਾਂ 'ਚ ਕੰਮ ਖਤਮ ਕਰਦੇ ਆ 20 ਦਿਨਾਂ ਵਿੱਚ। ਫਿਰ ਬੀ ਏ ਤੇ ਬੀ ਜਦੋਂ ਮਿਲ ਜਾਂਦੇ ਆ ਦੋਨੇ ਤਾਂ ਇਹ ਕੰਮ ਨੂੰ ਕਿੰਨੇ ਦਿਨਾਂ ਵਿੱਚ ਖਤਮ ਕਰਦੇ ਆ 50 ਦਿਨ ਵਿੱਚ। ਸੀ ਇਕੱਲਾ ਉਸੇ ਕੰਮ ਨੂੰ 60 ਦਿਨ ਵਿੱਚ ਖਤਮ ਕਰਦਾ। ਇਹਨਾਂ ਤਿੰਨਾਂ ਦਾ ਆਪਾਂ ਲਵਾਂਗੇ ਐਲਸੀਐਮ। 20 50 ਤੇ 60 ਦਾ ਐਲਸੀਐਮ ਤੁਸੀਂ ਲਓਗੇ ਇਹ ਬਣਨਾ 300। ਠੀਕ ਹੈ, ਇਹ ਹੁੰਦੇ ਆ ਸਾਡੇ ਕੋਲੇ ਨੰਬਰ ਆਫ ਡੇਜ਼ ਤੇ ਇਹ ਹੁੰਦੇ ਆ ਸਾਡੇ ਕੋਲੇ ਆਦਮੀ ਨੰਬਰ ਆਫ ਪਰਸਨਸ ਕਿ ਕਿੰਨੇ ਨੰਬਰ ਆਫ ਆਦਮੀ ਆ ਜਿਹੜੇ ਕੰਮ ਕਰ ਰਹੇ ਆ। ਤੇ ਇੱਧਰ ਸਾਡੇ ਕੋਲ ਹੁੰਦੀ ਆ ਜੀ ਐਫੀਸ਼ੈਂਸੀ ਯਾਨੀ ਕਿ ਹਿੰਮਤ। ਤੇ ਉਹ ਹਿੰਮਤ ਕੱਢਣ ਦੇ ਲਈ ਅਸੀਂ ਐਲਸੀਐਮ ਤੇ ਇਹਨੂੰ ਡਿਵਾਈਡ ਕਰਦੇ ਜਾਂਦੇ ਹੁੰਦੇ ਆ। ਜਿਵੇਂ ਇਹ ਚਾਰੇ ਮਿਲ ਕੇ 20 ਦਿਨਾਂ ਦੇ ਵਿੱਚ ਕੰਮ ਕਰਦੇ ਆ ਤਾਂ ਇਹਨਾਂ ਦੀ ਐਫੀਸ਼ੈਂਸੀ ਕਿੰਨੀ ਹੋ ਗਈ ਯਾਨੀ ਕਿ ਇਹਨਾਂ ਦੀ ਜਿਹੜੀ ਹਿੰਮਤ ਆ ਉਹ ਕਿੰਨੀ ਹੋ ਗਈ। ਇੱਥੋਂ ਜੇ ਆਪਾਂ ਦੇਖੀਏ ਤਾਂ ਇਹਨਾਂ ਦੀ ਹਿੰਮਤ ਹੋ ਗਈ ਐਫੀਸ਼ੈਂਸੀ 30 ਤੇ 20 ਨੂੰ ਮੈਂ ਡਿਵਾਈਡ ਕਰੂੰਗੀ ਤਾਂ ਇਹ ਹੋ ਗਈ 15। ਠੀਕ ਹੈ, ਤੇ ਏ ਤੇ ਵੀ ਜਦੋਂ ਮਿਲ ਕੇ ਕੰਮ ਕਰਦੇ ਆ ਤਾਂ ਇਹ 50 ਦਿਨਾਂ ਦੇ ਵਿੱਚ ਕੰਮ ਕਰਦੇ ਆ। ਠੀਕ ਹੈ, 50 ਦਿਨਾਂ ਦੇ ਵਿੱਚ ਕੰਮ ਕਰਦੇ ਆ ਤੇ ਇਹਨਾਂ ਨੂੰ 50 ਤੇ ਡਿਵਾਈਡ ਕਰਕੇ ਦੇਖ ਲਵਾਂਗੇ ਇਹਨਾਂ ਦੀ ਜਿਹੜੀ ਐਫੀਸ਼ੈਂਸੀ ਆ ਉਹ ਹੋ ਗਈ 6। ਤੇ ਇਸੇ ਤਰ੍ਹਾਂ ਸੀ ਦੀ ਜਿਹੜੀ ਐਫੀਸ਼ੈਂਸੀ ਆ 60 ਤੇ ਡਿਵਾਈਡ ਕਰਕੇ ਦੇਖੀਏ ਤਾਂ ਇਹਦੀ ਹੋ ਗਈ ਐਫੀਸ਼ੈਂਸੀ 5। ਮਤਲਬ ਏ ਬੀ ਤੇ ਸੀ ਇਹਨਾਂ ਦੀ ਜਿਹੜੀ ਟੋਟਲ ਐਫੀਸ਼ੈਂਸੀ ਆ ਏ ਬੀ ਅਤੇ ਸੀ ਦੀ ਟੋਟਲ ਐਫੀਸ਼ੈਂਸੀ ਕਿੰਨੀ ਬਣ ਗਈ 11। ਟੋਟਲ ਜਿਹੜੀ ਹਿੰਮਤ ਆ ਉਹ 11 ਵਾ ਪਰ ਚਾਰਾਂ ਦੀ ਹਿੰਮਤ ਹੈਗੀ ਆ 15। ਮਤਲਬ ਜਦੋਂ ਡੀ ਮਿਲ ਜਾਂਦਾ ਉਦੋਂ ਐਫੀਸ਼ੈਂਸੀ ਕਿੰਨੀ ਹੋ ਜਾਂਦੀ ਆ 15। ਤਾਂ ਇਕੱਲੇ ਡੀ ਦੀ ਐਫੀਸ਼ੈਂਸੀ 4 ਹੋਊਗੀ। ਇਕੱਲੇ ਡੀ ਦੀ ਐਫੀਸ਼ੈਂਸੀ ਕਿੰਨੀ ਆ 4 ਹੀ ਹੋਊਗੀ। ਤਾਂ ਉਹਦੇ ਨੰਬਰ ਆਫ ਵਰਕ ਡੇ ਆ ਜਿਹੜੇ ਉਹ ਅਸੀਂ ਇਹਨੂੰ 300 ਨੂੰ 4 ਤੇ ਡਿਵਾਈਡ ਕਰਕੇ ਲੱਭ ਲਵਾਂਗੇ। ਜਦੋਂ ਮੈਂ 4 ਤੇ ਇਹਨੂੰ ਡਿਵਾਈਡ ਕਰੂੰਗੀ ਤਾਂ ਇੱਥੇ ਕਿੰਨਾ ਬਣ ਜਾਣਾ ਵਾ 7 7 ਚੌਕਾ 28। 28 ਤੋਂ ਬਾਅਦ 2 ਰਹਿ ਜਾਣੇ ਆ ਫਿਰ 5 ਚੌਕਾ 20 75। ਮਤਲਬ ਡੀ ਇਕੱਲਾ 75 ਦਿਨਾਂ ਦੇ ਵਿੱਚ ਆਪਣਾ ਕੰਮ ਖਤਮ ਕਰੂਗਾ। ਤਾਂ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ 75 ਡੇ। ਨੈਕਸਟ ਹੈ ਜੀ ਦਿੱਤਾ ਗਿਆ ਵਾਰ ਗ੍ਰਾਫ ਮੁਕਾਬਲੇ ਦੇ ਪਹਿਲੇ 6 ਓਵਰਾਂ ਵਿੱਚੋਂ ਹਰੇਕ ਵਿੱਚ ਇੱਕ ਟੀਮ ਵੱਲੋਂ ਬਣਾਈਆਂ ਗਈਆਂ ਦੌੜਾਂ ਦੀ ਸੰਖਿਆ ਨੂੰ ਦਰਸਾ ਰਿਹਾ ਵਾ। ਤਾਂ ਦੇਖ ਲੈਂਦੇ ਹਾਂ ਕੋਈ ਮੁਕਾਬਲਾ ਹੋਇਆ ਵਾ ਜਿਹਦੇ ਵਿੱਚ ਇਹ ਬਾਰ ਗ੍ਰਾਫ ਬਣਿਆ ਹੋਇਆ ਤੇ ਹਰੇਕ ਟੀਮ ਦੇ ਓਵਰ ਬਣੇ ਹੋਏ ਆ ਇੱਥੇ ਇਹਨਾਂ ਦੀਆਂ ਦੌੜਾਂ ਨੂੰ ਜਿਹੇ ਦਰਸਾ ਰਿਹਾ ਵਾ ਜਿਹੜਾ ਵਾਰ ਗ੍ਰਾਫ ਆ। ਤਾਂ ਸਭ ਤੋਂ ਪਹਿਲਾਂ ਆਪਾਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਇਹਦੇ ਵਿੱਚ। ਤੇ ਇਹਦੇ ਵਿੱਚ ਉੱਤਰ ਦੇਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਨੇ ਪੁੱਛਿਆ ਵਾ ਕਿ ਟੀਮ ਨੇ ਕਿਸ ਓਵਰ ਵਿੱਚ 60 ਦੌੜਾਂ ਬਣਾਈਆਂ। ਹਾਂਜੀ, ਇਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕਿਹੜੀ ਟੀਮ ਨੇ ਇੱਕ ਓਵਰ ਦੇ ਵਿੱਚ 10 ਦੌੜਾਂ ਬਣਾਈਆਂ। ਸੌਰੀ ਮੈਂ ਪਹਿਲਾਂ ਬਾਈ ਮਿਸਟੇਕ ਗਲਤ ਬੋਲ ਦਿੱਤਾ। ਟੀਮ ਨੇ ਕਿਹੜੇ ਓਵਰ ਦੇ ਵਿੱਚ 10 ਦੌੜਾਂ ਬਣਾਈਆਂ। ਤਾਂ ਕਿਹੜੇ ਓਵਰ ਦੇ ਵਿੱਚ 10 ਦੌੜਾਂ ਬਣੀਆਂ ਹੋਈਆਂ ਨੇ ਇੱਥੋਂ ਤੁਸੀਂ ਦੇਖੋ 10 ਕਿੱਥੇ ਆ 10 ਇਹ ਪਿਆ ਵਾ। ਤਾਂ 10 ਦੌੜਾਂ ਕਿਹੜੇ ਓਵਰ ਦੇ ਵਿੱਚ ਬਣੀਆਂ ਹੋਈਆਂ ਇਸ ਓਵਰ ਦੇ ਵਿੱਚ ਬਣੀਆਂ। ਤਾਂ ਇਹ ਓਵਰ ਕਿਹੜਾ ਵਾ ਇਹ ਓਵਰ ਹੈਗਾ 5। ਤਾਂ ਰਾਈਟ ਆਨਸਰ ਕੀ ਹੋਊਗਾ ਕਿ ਓਵਰ 5 ਦੇ ਵਿੱਚ 10 ਦੌੜਾਂ ਬਣੀਆਂ ਹੋਈਆਂ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ 'ਚ ਉਹਨੇ ਬੋਲਿਆ ਗ੍ਰਾਫ ਨੂੰ ਪੜ੍ਹ ਕੇ ਦੱਸੋ ਸਭ ਤੋਂ ਵੱਧ ਓਵਰ ਵਿੱਚ ਬਣਾਈਆਂ ਗਈਆਂ ਦੌੜਾਂ ਅਤੇ ਸਭ ਤੋਂ ਘੱਟ ਓਵਰ ਵਿੱਚ ਬਣਾਈਆਂ ਗਈਆਂ ਦੌੜਾਂ ਦਾ ਅੰਤਰ। ਹਾਂਜੀ, ਸਭ ਤੋਂ ਵੱਧ ਦੌੜਾਂ ਓਵਰ ਵਿੱਚ ਬਣਾਈਆਂ ਦੌੜਾਂ ਤੇ ਸਭ ਤੋਂ ਘੱਟ ਓਵਰ। ਸਭ ਤੋਂ ਘੱਟ ਦੇਖ ਲੈਂਦੇ ਆ ਪਹਿਲਾਂ। ਠੀਕ ਹੈ, ਸਭ ਤੋਂ ਘੱਟ ਓਵਰ ਸਭ ਤੋਂ ਘੱਟ ਛੋਟਾ ਗ੍ਰਾਫ ਇਹ ਬਣਿਆ ਹੋਇਆ ਓਵਰ 6 ਦੇ ਵਿੱਚ। ਤਾਂ ਇਹ ਕਿੱਥੇ ਬਣਿਆ ਹੋਇਆ ਵਾ 4 ਤੇ 2 ਦੇ ਵਿਚਕਾਰ ਕਿੰਨਾ ਹੁੰਦਾ 3। ਮਤਲਬ ਓਵਰ 6 ਦੇ ਵਿੱਚ ਤਾਂ 3 ਬਣੀਆਂ ਵਾ। ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਇੱਕ ਓਵਰ ਹੋਰ ਦਿੱਤਾ ਹੋਇਆ ਜਿਹੜਾ ਓਵਰ 2 ਆ ਉਹ ਸਭ ਤੋਂ ਵੱਡਾ ਵਾ। ਇੱਥੇ ਕਿੰਨੀਆਂ ਬਣੀਆਂ 15। 15 ਚੋਂ ਅਸੀਂ 3 ਮਾਈਨਸ ਕਰ ਦੇਵਾਂਗੇ ਤਾਂ ਅੰਤਰ ਆ ਜਾਊਗਾ 12। ਠੀਕ ਹੈ, ਕਿ ਉਹ ਸਭ ਤੋਂ ਵੱਧ ਓਵਰ ਤੇ ਸਭ ਤੋਂ ਘੱਟ ਓਵਰ ਦਾ ਜਿਹੜਾ ਅੰਤਰ ਆ ਉਹ 12 ਵਾ। ਤਾਂ ਰਾਈਟ ਆਨਸਰ ਹੋ ਗਿਆ ਆਪਸ਼ਨ ਬੀ। ਠੀਕ ਹੈ, ਨੈਕਸਟ ਹੈ ਜੀ ਨੈਕਸਟ 'ਚ ਦੇਖਦੇ ਹਾਂ ਪਹਿਲੇ 5 ਓਵਰਾਂ ਵਿੱਚ ਬਣਾਈਆਂ ਗਈਆਂ ਦੌੜਾਂ ਦੀ ਔਸਤ ਪਤਾ ਕਰੋ। ਹਾਂਜੀ, ਪਹਿਲੇ 5 ਓਵਰਾਂ ਦੀ ਅਸੀਂ ਔਸਤ ਪਤਾ ਕਰਨੀ ਆ। ਔਸਤ ਦਾ ਫਾਰਮੂਲਾ ਮੈਂ ਤੁਹਾਨੂੰ ਉੱਪਰ ਦੱਸਿਆ ਕਿ ਸੰਖਿਆਵਾਂ ਦਾ ਜੋੜ ਬਟਾ ਸੰਖਿਆਵਾਂ ਦੀ ਗਿਣਤੀ। ਓਵਰ 1 ਦੇ ਵਿੱਚ 4 ਬਣੀਆਂ ਵਾ। ਠੀਕ ਹੈ, ਓਵਰ 2 ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ 15 ਬਣੀਆਂ ਵਾ। ਓਵਰ 3 ਦੇ ਵਿੱਚ ਕਿੰਨੀਆਂ ਬਣੀਆਂ ਵਾ ਦੇਖੋ ਜਲਦੀ ਨਾਲ। ਓਵਰ 3 8 ਆ। ਠੀਕ ਹੈ, ਓਵਰ 4 ਦੇ ਵਿੱਚ 7 ਆ। ਹਾਂਜੀ 7 ਆ। ਠੀਕ ਹੈ, ਤੇ ਓਵਰ 5 ਦੇ ਵਿੱਚ 10 ਆ ਤੇ ਓਵਰ 6 ਦੇ ਵਿੱਚ 3 ਆ। ਪਰ ਆਪਾਂ ਪਹਿਲਾਂ 5 ਦੇ ਪਤਾ ਕਰਨੇ ਤਾਂ ਪਹਿਲੇ 5 ਹੀ ਲਵਾਂਗੇ। ਠੀਕ ਹੈ, 6ਵਾਂ ਆਪਾਂ ਨਹੀਂ ਲੈਣਾ। ਤਾਂ ਸੰਖਿਆਵਾਂ ਦਾ ਜੋੜ ਹੁੰਦਾ ਜੀ ਉੱਪਰ ਫਾਰਮੂਲੇ ਦੇ ਵਿੱਚ। ਤਾਂ ਇਹਨਾਂ ਦਾ ਜੋੜ ਕਰਦੇ ਹਾਂ ਆਪਾਂ। ਜੋੜ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ 15 ਤੇ 10 25। ਇਹ ਤਾਂ ਸਿੱਧਾ ਹੋ ਗਿਆ 15 ਤੇ 10 25। 25 ਦੇ ਵਿੱਚ ਅਸੀਂ ਜਦੋਂ 7 ਜੋੜਾਂਗੇ 25 ਦੇ ਵਿੱਚੋਂ 7 ਜਦੋਂ ਅਸੀਂ 25 'ਚ 7 ਜੋੜੇ ਤਾਂ ਇਹ ਬਣ ਜਾਣੇ 32। 32 ਦੇ ਵਿੱਚ ਜਦੋਂ ਅਸੀਂ 4 ਜੋੜੇ ਤਾਂ ਇਹ ਕਿੰਨੇ ਬਣ ਜਾਣਗੇ 32 ਤੇ 4 ਹੁੰਦੇ ਆ ਜੀ 36। 36 ਦੇ ਵਿੱਚ ਇੱਕ 8 ਵੀ ਸਾਡੇ ਪਏ ਆ ਜੋੜਨ ਵਾਲੇ। 36 ਦੇ ਵਿੱਚ ਜਦੋਂ ਅਸੀਂ 8 ਜੋੜਾਂਗੇ ਤਾਂ ਇਹ ਕਿੰਨੇ ਬਣ ਜਾਣੇ ਆ 44 ਬਣ ਜਾਣਾ। 36 'ਚ 8 ਜੋੜੇ 44 ਹੀ ਹੁੰਦਾ ਵਾ ਨਾ। ਤਾਂ 44
44 औसत पता करनी आ सी संख्यावां दा जोड़ तां आ गया 44 बटा संख्यावां दी गिणती हैगी आ 5 ठीक है। तो इनू जो मैं डिवाइड करूँगी 8 5 40 8 5 40 तो ऑप्शन सी इत्थे राइट आंसर है कि 8.8 आंसर बनूगा क्योंकि पॉइंट लगूगा करके देख लेना डिवाइड। हाँ जी नैक्सट साडा रीजनिंग पोर्शन शुरू हो चुके हैं 2 6 12 20 30 42 56 ठीक है। ਇਹਦੇ ਵਿੱਚ ਲੜੀ ਆ ਇਹ ਜਿਹੜੀ ਤੁਸੀਂ ਪੂਰੀ ਕਰਨੀ ਆ ਨੰਬਰ ਸੀਰੀਜ਼ ਜਿਹਨੂੰ ਅਸੀਂ ਬੋਲ ਦਿੰਦੇ ਆ। ਦੇਖੋ ਮੈਂ 2 ਨੂੰ 3 ਨਾਲ ਗੁਣਾ ਕੀਤਾ ਤਾਂ ਇਹ ਬਣ ਗਿਆ 6 ਠੀਕ ਹੈ। ਉਸ ਤੋਂ ਬਾਅਦ 6 ਤੋਂ ਬਾਅਦ ਇਹ ਬਣਿਆ ਵਾ 12 ਫਿਰ ਮੈਂ 2 ਨੂੰ 6 ਦੇ ਨਾਲ ਗੁਣਾ ਕੀਤਾ ਤਾਂ ਇਹ ਬਣ ਗਿਆ 12 ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ कि 2 ਨੂੰ 3 ਨਾਲ पर जे आप इनू देखिए ये भी तो बन रहा कि 2 ਨੂੰ 3 ਨਾਲ गुणा किया 6 बन गया ठीक है। फिर उस तो 2 ਨੂੰ 3 ਨਾਲ गुणा किया 6 बन गया 3 ਨੂੰ 4 ਨਾਲ गुणा किया 12 बन गया 4 ਨੂੰ 5 ਨਾਲ गुणा किया 4 ਨੂੰ 5 ਨਾਲ गुणा किया 20 बन गया 5 ਨੂੰ 6 ਨਾਲ गुणा किया 30 बन गया ठीक है। 6 इसे तरह 6 ਨੂੰ 7 ਨਾਲ गुणा किया 42 बन गया फिर 7 ਨੂੰ 8 ਨਾਲ गुणा किया 56 बन गया। सेम यही प्रोसैस लगा के असीं अगला लभ लवांगे 2 3 3 4 5 6 7 ठीक है 6 7 7 8 8 9 तो 8 नाम 72 होंगे आ तो ऑप्शन नंबर सी ही इत्थे राइट आंसर है कि 72 आएगा अगला नंबर ठीक है जी। देख सकते हो तुसीं आप भी कि किहड़े प्रोसैस नाल कीता जो प्रोसैस बाकियां ते लग रहा उही असीं लास्ट वाला नंबर जो असीं फाइंड आउट करना उहदे ते भी लग जाना तो ऑप्शन सी इज़ द राइट आंसर। नैक्सट है जेकर किसी विशेष भाषा दे विच फैशन नूं हाँ जी फैशन FASHION ठीक है फैशन नूं किसी भाषा दे विच की लिखिया जाता है FOIHSAN लिखिया जाता है यानी कि इत्थों पता लग रहा है कि F बाकी सारे अखर तो उही ने A ते O नूं इंटरचेंज करता सेम इसे तरह एस ते आई नूं इंटरचेंज किया एस ते आई नूं तां यही प्रोसैस असीं प्रॉब्लम ते लगा देवांगे कि प्रॉब्लम दा जिहड़ा कोड आ वो की बनूगा तां प्रॉब्लम दा कोड बनाउण दे लई आपां भी की करांगे कि जिहड़े लास्ट सैकेंड ते फर्स्ट सैकेंड आ उन्हां नूं इंटरचेंज कर देवांगे ते जिहड़े इन्हां दे इन बिटवीन आउंदे आ उन्हां नूं भी इंटरचेंज कर देवांगे ठीक है। तो इन्हां नूं इंटरचेंज करन दे लई की बनूगा एक P बन गया ते इत्थे एक E बन गया ठीक है। उस तो बाद तुसीं देख सकते हो जदों E बनिया तो उस तो नाल ही L नूं भी चेंज किया फिर B दा तां B एज इट इज़ रह जाना O चेंज हो गया RM तो देखो ये किहड़ी ऑप्शन आ हाँ जी जल्दी नाल ऑप्शन चैक करो कि ये किहड़ी ऑप्शन बन रही है तां जो असीं टिक लगा सकीए ऑप्शन इत्थे B राइट आंसर है। नैक्सट है जी हेठ लिखे हाँ जी हुण तुहानूं दित्ते आ कथन अते छिट्टे तां इन्हां दे विच की बोलिया उहने कि अनीता महिमा राजन लता हाँ जी निर्देश दिते आ ये कोई तो आप इन्हां नूं देखदे आ की करना वा पहला किसी दी उम्र बारे लग रहा है पता कि देखते हैं पहला पढ़ के कि इहदे विच की करना वा ठीक है। ਆਪਾਂ ਨੂੰ ਉਹਨੇ ਬੋਲਿਆ ਕਿ ਹੇਠ ਦਿੱਤੇ ਪ੍ਰਸ਼ਨਾਂ ਨੂੰ ਪੜ੍ਹੇ ਤੁਸੀਂ ਉੱਤਰ ਦੇਣੇ ਆ 63 ਤੋਂ 65 ਤੱਕ 63 ਤੋਂ 65 ਤੱਕ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਤੁਹਾਨੂੰ ਕੁਝ ਨਿਰਦੇਸ਼ ਦਿੱਤੇ ਹੋਏ ਆ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ ਵਾ। ਤਾਂ ਜੇਕਰ ਆਪਾਂ ਦੇਖੀਏ ਅਨੀਤਾ ਮਹਿਮਾ ਰਾਜਨ ਲਤਾ ਅਤੇ ਦੀਪਤੀ ਇਹ 5 ਚਚੇਰੇ ਭਰਾ ਨੇ ਇਹਨਾਂ ਦੇ ਵਿੱਚ ਦੱਸਿਆ ਹੋਇਆ ਕਿ ਇਹ ਕੀ ਆ ਚਚੇਰੇ ਭਰਾ ਨੇ। ਅਨੀਤਾ ਦੀ ਉਮਰ ਮਹਿਮਾ ਨਾਲੋਂ ਦੁੱਗਣੀ ਆ ਅਨੀਤਾ ਦੀ ਉਮਰ ਕੀ ਆ ਮਹਿਮਾ ਦੇ ਨਾਲੋਂ ਦੁੱਗਣੀ ਆ मतलब की आ महिमा नालों दुगनी आ तो मैं इत्थे महिमा की उम्र मान लैनी आ कि X आ ठीक है। तो अनीता की उम्र कितनी होगी 2X क्योंकि अनीता की उम्र महिमा नालों दुगनी आ ठीक है। फिर राजन की उम्र महिमा नालों अद्धी आ महिमा की तो मैं अद्धी मन्नी हुई महिमा की तो मैं X मन्नी हुई आ महिमा नालों अद्धी आ मतलब बटा 2 लगावांगे ठीक है आधा ना तो बटा 2 करता। फिर अगे अनीता की उम्र अनीता की उम्र दीप्ति नालों अद्धी आ अनीता की उम्र दीप्ति नालों अद्धी आ दीप्ति हजे सानू दीप्ति की उम्र नहीं पता तो अनीता की उम्र जरूर पता वा कि 2X आ ठीक है। अनीता की उम्र दीप्ति नालों अद्धी आ मतलब दीप्ति की उम्र आ जिहड़ी वो अनीता की उम्र का दुगना हुई
ਇਹੀ ਹੋਇਆ ਨਾ। ਤਾਂ ਦੀਪਤੀ ਦੀ ਉਮਰ ਜਦੋਂ ਅਨੀਤਾ ਦੀ ਉਮਰ ਦਾ ਦੁੱਗਣਾ ਹੋਊਗੀ ਤਾਂ ਇਹ ਕਿੰਨੀ ਬਣ ਜੂਗੀ 4x। ठीक है, क्लीयर। फिर उड़ गए राजन की उमर लता नालों दुगनी आ। राजन की उमर लता की उमर नालों दुगनी आ, तो मतलब जिहड़ी लता वा ओहदी उमर की हुई x/4। ठीक है, यही बनूगी ना, क्योंकि 2r बनता। जिहड़ी लता की उमर है ना वो की आ राजन की उमर नालों दुगनी आ, मतलब 2l बराबर r। तो ये की बनूगा l बराबर x/4। तो ये की बन गया, तुसी देखो सब तो वड्डी इन्हां दे विचों बन गई जी दीप्ति, उस तो छोटी बन गई अनीता, उस तो छोटा बन गया, उस तो छोटी बन गई महिमा, उस तो छोटी हो गई राजन, तो उस तो छोटी हो गई लता। ठीक है, हुण ये जिहड़ा स्ट्रक्चर आ तुसी DAMRL याद रखना। तो हुण आपां करदे हां प्रश्न। सब तो वध उमर वाला व्यक्ति इन्हां दे विचों कौन आ? सब तो वड्डा कौन आ? तुहाडे सामने आ दीप्ति। तो राइट आंसर की होएगा? तो ऑप्शन नंबर ए कि सब तो वड्डा वा जिहड़ा ओह दीप्ति आ। नैक्सट है जी, आपां फिर एक बार लिख लैंदे आ दीप्ति, अनीता, महिमा, राजन ते लता। ये बनिया सी ना। हेठां दिते जोड़ियां विचों समान उम्र वाले कौन हन? हाँ जी, इन्हां दे विचों समान उम्र तो किसी दी नहीं आई, किसी दी उम्र बराबर नहीं ना आई। पहला वड्डा फिर छोटा फिर छोटा फिर छोटा, बराबर उम्र तो किसी दी नहीं आई, तो कोई नहीं। ठीक है, नैक्सट अनीता उम्र विच सब किस नालों छोटी है? अनीता उम्र विच किहदे नालों छोटी आ? तो अनीता ए आ। किहदे नालों छोटी आ? दीप्ति नालों छोटी है ना। तो ऑप्शन नंबर असीं इत्थे लगा देवांगे ऑप्शन सी कि ये दीप्ति नालों छोटी आ। ठीक है जी, ऑप्शन सी ही राइट आंसर बनेगा ना। तो जे किसी को कोई डाउट होया तो आप बोर्ड पर भी करवा देवांगे। नैक्सट है कुछ पुस्तकां कहानियां हन। हाँ जी, कथन ते छिट्टे होण आया वा। ठीक है, कुछ पुस्तकां ने ਜਿਹੜੀਆਂ ਕੀ ਨੇ ਕਹਾਣੀਆਂ ਨੇ, ਕੁਝ ਹਿੱਸਾ ਬਣਾ ਲਿਆ ਮੈਂ ਕਿ ਇਹਨਾਂ ਦਾ ਕੁਝ ਹਿੱਸਾ ਕਹਾਣੀਆਂ ਨੇ। ਫਿਰ ਅੱਗੇ ਉਹਨੇ ਬੋਲਿਆ ਕਿ ਇਹਨਾਂ ਦੇ ਵਿੱਚੋਂ ਸਾਰੀਆਂ ਕਹਾਣੀਆਂ ਸਾਹਿਤ ਹਨ। ਸਾਰੀਆਂ ਕਹਾਣੀਆਂ ਕੀ ਨੇ? ਸਾਹਿਤ ਹਨ। ਤਾਂ ਮੈਂ ਉਹ ਵੀ ਲੈ ਲਈਆਂ, ਕਹਾਣੀਆਂ ਸਾਹਿਤ ਹਨ। ਠੀਕ ਹੈ, ਫਿਰ ਜਿਹੜੇ ਸਾਰੇ ਸਾਹਿਤ ਆ ਇਹ ਕੀ ਨੇ? कवितावां ने। तो सारे साहित्य की हो गए कवितावां। हुण आपां नाम दे दिन्ने आ। देखो दो स्ट्रक्चर बनाउण दी भी नहीं लोड़ पई। कुछ पुस्तकां सीगियां यानी कि सम बुक्स आर स्टोरीज। तो ये बुक्स ले लियां जिहड़ियां की ने स्टोरीज ने यानी कि कहानियां ने। ठीक है, फिर जिहड़ियां सारियां कहानियां ने वो की आ? साहित्य। साहित्य तो आप इदां ही लिख दिंदे आ लिटरेचर। ठीक है, साहित्य। उस तो बाद जिहड़े सारे साहित्य वो की आ? पोइट्री आ। सारे साहित्य की आ? कवितावां ने। मैं ये लिखता कवितावां, ये सीगा कवितावां। यही स्ट्रक्चर बनिया ना कवितावां। तो हुण देखदे आ कि किहड़े छिट्टे फॉलो कर रहे आ। कुछ कवितावां पुस्तकां हन। कुछ कवितावां मा जिहड़ियां आ कवितावां वा ते पुस्तकां ने। हाँ जी बिल्कुल है, इन्ने क पार्ट्स दे विच पईयां वा ना। आपां कलर चेंज करके दिखा दिंने आ। हाँ जी, ये हैगियां कवितावां ते ये हैगियां पुस्तकां। बिल्कुल हैगियां ने। ऑप्शन 1 तां साडी फॉलो कर गया, नतीजा निकल रहा वा। दूसरा नतीजा सारियां कहानियां कवितावां हन। सारियां कहानियां किहड़ियां ने? ये पईयां स्टोरीज। ये की ने? कवितावां हन। कि सारियां कहानियां कवितावां हन? हाँ जी बिल्कुल हन सारियां कवितावां, सारियां कहानियां कवितावां। तो ऑप्शन इत्थे लगा देवांगे जी, 2 भी निकल गई, मतलब सिट्टे 2 में लागू कर गए। तो ऑप्शन डी इत्थे राइट आंसर है कि 2 में ही लागू कर गए, ऑप्शन डी च। नैक्सट है किसे 39 विद्यार्थियों की श्रेणी विचों रवि स्थान आ, जिहड़ा रवि का स्थान आ ओह 7 दर्जे उपर आ। किहदे नालों? एक मिनट गल करते हैं आपां कि किसे 39 विद्यार्थियों की श्रेणी विच रवि का स्थान सुमित नालों 7 दर्जे उपर आ। सुमित नालों की आ? 7 दर्जे उपर आ रवि का स्थान। पहला सानू सुमित का भी तो पता होना चाहिए। जेकर सुमित का 17वां होवे, हुण देखो सुमित 17वें नंबर ते आ, पर जिहड़ा रवि आ वो 7 दर्जे उपर आ, मतलब वो इहदे नालों 7 दर्जे उपर आ। तो इन्हां दा जदों मैं जोड़ करूँगी 17 ते 7 किन्ने हो गए? 24। मतलब रवि का जिहड़ा स्थान आ ਉਹ ਹੇਠੋਂ 24ਵਾਂ ਵਾ। ਹੇਠੋਂ 24ਵਾਂ ਵਾ, ਧਿਆਨ ਦਿਓ ਹੇਠੋਂ 24ਵਾਂ ਵਾ। ਠੀਕ ਹੈ, ਤਾਂ ਰਵੀ ਉੱਪਰੋਂ ਕਿੰਨਵੇਂ ਸਥਾਨ ਤੇ ਹੋਵੇਗਾ? ਹੇਠੋਂ ਤਾਂ 24ਵੇਂ ਸਥਾਨ ਤੇ ਆ, ਉੱਪਰੋਂ ਦੇਖ ਲਓ ਕਿਹੜੇ ਸਥਾਨ ਤੇ ਆ। ਹੇਠੋਂ ਜੇ ਉਹਦਾ 24ਵਾਂ ਵਾ, ਠੀਕ ਹੈ, ਹੇਠੋਂ ਜੇ ਉਹਦਾ 24ਵਾਂ ਵਾ ਤਾਂ ਉਹਦੇ ਤੋਂ ਬਾਅਦ ਕਿੰਨੇ ਆ? 23 ਆ।
ਤੇ 39 ਵਿਦਿਆਰਥੀਆਂ ਦੇ ਵਿੱਚ ਉਹਦੇ ਤੋਂ ਪਹਿਲਾਂ ਕਿੰਨੇ ਵਿਦਿਆਰਥੀ ਹੋਣਗੇ ਪਤਾ ਕਰਨਾ ਵਾ। 24 39 ਚੋਂ ਤੁਸੀਂ 24 ਕੱਢ ਦਿਓ ਜੀ। ਜਦੋਂ ਅਸੀਂ 24 ਕੱਢੇ ਤਾਂ ਇਹ ਮੇਰੇ ਕੋਲੇ ਕਿੰਨੇ ਰਹਿ ਗਏ 15। 39 ਚੋਂ ਜਦੋਂ ਮੈਂ 24 ਕੱਢੇ ਤਾਂ ਇਹ ਮੇਰੇ ਕੋਲ ਰਹਿ ਗਏ 15। ਮਤਲਬ ਰਵੀ ਤੋਂ ਪਹਿਲਾਂ 15 ਵਿਦਿਆਰਥੀ ਨੇ, ਪਰ ਰਵੀ ਦਾ ਸਥਾਨ ਕਿੰਨਵਾਂ ਵਾ? ਰਵੀ ਤਾਂ 16ਵੇਂ ਨੰਬਰ ਤੇ ਬੈਠਾ ਨਾ। देखो ये तो बाद 23 आ, ये तो पहला 15 ने, टोटल हो गए 39। तो रवि 16वें नंबर ते बैठा ना। ऑप्शन सी इज द राइट आंसर। नैक्सट है 5 लड़के पूर्व वाल मूँह करके एक कतार विच खड़े हैं। हाँ जी 5 लड़के आ जिहड़े कि जो कंडीशनस दित्ती आ सी 5 लड़के पूरब वाल मूँह करके एक कतार विच खड़े आ। हाँ जी 5 लड़के आ जिहड़े पूरब वाल मूँह करे एक कतार दे विच खड़े आ। आपां कतार बना लैंदे आ। ते दीपक की स्थिति सुमिंदर, तुषार अते सैलेंदर दे खब्बे पासे आ। इत्थे असीं कोई दीपक बना लैंदे आ जिहड़ा खब्बे पासे खड़िया, 3 जाणियां दे खब्बे पासे आ ये। समीर, तुषार, सैलेंदर तिन्ने ही सुशील दे खब्बे पासे आ। हुण सुशील दे सज्जे पासे किन्ने लोग आ? 3 लोग सज्जे पासे आ सुशील दे, ठीक है। तो दीपक दी इत्थे कोई गल नहीं होई, मतलब सुशील 5वें नंबर ते होगा इस लाइन दे विच खब्बियों, ठीक है। तो इत्थे बना दिता आपां सुशील। अगली लाइन भी पढ़ लैंदे आ कि सैलेंदर सुमीर अते तुषार दे विचकार आ। समीर अते तुषार दे विचकार कौन आ? ये हैगा जी कौन? सैलेंदर। पर नाल ही उन्हें कंडीशन दित्ती आ कि जेकर कतार विच तुषार खब्बे पासियों चौथे स्थान ते आ। खब्बे पासियों चौथे स्थान ते कौन आ? तुषार आ। ये भी आपां बना लिया, चौथे स्थान ते आ, ठीक है। फिर अगे देखो जिहड़ा समीर आ, समीर, तुषार अते सैलेंदर ये तिन्ने किहदे खब्बे पासे सीगे? ये तिन्ने खब्बे पासे सीगे किहदे? सुशील दे, ठीक है। आपां बना लिया भी। फिर सैलेंदर समीर अते तुषार दे विचकार आ। समीर अते तुषार दे विचकार कौन आ? सैलेंदर आ। मतलब इत्थे सुमीर आ, सुमीर आ ते इत्थे शैलेंदर आ, सैलेंदर, क्योंकि उन्हें बोलिया ना कि इन्हां दे विचकार खड़ा, तो आपां विचकार ही रख दिता उहनूं। फिर अगे देखते हैं सज्जे पासे तो समीर दा किन्नवां स्थान आ। हुण तुसीं देखो सज्जे पासे तो जिहड़ा समीर आ ਉਹਦਾ ਕਿੰਨਵਾਂ ਸਥਾਨ ਆ? ਸੱਜਾ। ਇਹ ਤਾਂ ਹੈਗਾ ਖੱਬਾ ਪਾਸਾ, ਇਧਰੋਂ ਇੱਧਰ ਨੂੰ, ਤੇ ਇਧਰੋਂ ਇੱਧਰ ਨੂੰ ਸੱਜਾ ਹੋ ਗਿਆ। ਕਿੰਨਵਾਂ ਸਥਾਨ ਆ ਸੱਜੇ ਪਾਸੇ ਤੋਂ? ਚੌਥਾ। ਤਾਂ ਆਪਸ਼ਨ 'ਚ ਦੇਖ ਲੈਂਦੇ ਆ ਚੌਥਾ ਕਿਹੜੀ ਆ? ਆਪਸ਼ਨ ਡੀ। ਨੈਕਸਟ ਹੈ ਜੀ ਇੱਕ ਵਿਅਕਤੀ ਪੱਛਮ ਦਿਸ਼ਾ ਵੱਲ 4 ਕਿਲੋਮੀਟਰ ਚੱਲ ਰਿਹਾ ਹੈ। हाँ जी एक व्यक्ति आ जिहड़ा पच्छम दे वल 4 किलोमीटर चल रहा वा। तो आपां पच्छम किहड़ी डायरैक्शन होगी? ए वाली, ठीक है। इधर 4 किलोमीटर चलिया वो, तो आपां लिख लिया। उस तो बाद फिर वो अपने सज्जे मुड़ जाता। पच्छम का सज्जा क्लॉकवाइज सज्जे मुड़ के 9 किलोमीटर चलता, थोड़ा बढ़ा दिता इनू, 9 किलोमीटर की दूरी तय करता। तो फिर वो अपने पूरब वाल मुड़ जाता। पूर्व दिशा होगी ये, पूरब वाल मुड़ के वो 12 किलोमीटर चलता, तो 12 भी चला दिता असी, ठीक है। 12 हो गया। तो अंतिम वो फिर दक्षिण वाल मुड़दा, दक्षिण हेठन हो गई 3 किलोमीटर ही चलिया वो इत्थे, ठीक है। हुण वो अपनी जिहड़ी मूल स्थिति आ आरंभिक बिंदु, आरंभ ने इत्थों कीता सी, इस बिंदु तो किन्नी दूर है, तो ये चीज़ असी पता करनी है। ये हुण असी डायरैक्शन जिहड़ी सीधी तो नहीं फाइंड आउट करांगे, ठीक है। तो मैं तुहानूं बहुत चंगी तरह करवाया होया कि इहनूं आपां पहलां कंप्लीट कर लैंदे आ, ठीक है। तो ये देखो ये सामने वाली लाइन 12 वा, तो यह हैगी 4, इत्थों किन्नी हो गई आरंभिक बिंदु तो इत्थे तक 8 हो गई, ठीक है। उस तो बाद ये सामने वाली 9 आ, ये सामने 9 पई है ना, तो 3 तो चल पिया, इत्थे किन्ना हो गया 6 किलोमीटर। हुण मैनूं जिहड़ा इन्नी ट्रायंगल पता करनी है ना, इन्नी आ चीज़ पता करनी है, 8 आ ते 6 आ, तो ये विच मैनूं एक करण पता करना वा। तो मैं तुहानूं पाइथागोरस दे रिजल्ट तो सिखाया होया कि करण दा स्केयर, करण दा स्केयर, मैं इत्थे होर क्वेश्चन मार्क रख लिया। लंब दा स्केयर किन्ना? लंब 6 आ, इहदा स्केयर किन्ना होगा? 36, ठीक है। प्लस आधार दा स्केयर, आधार 8 आ, आधार दा स्केयर किन्ना हो गया? 64। तो इन्हों जो मैं जोड़ करूँगी तो ये बन गया 100, पर इधर करण दा स्केयर भी तो पिया, स्केयर दूजे पासे जाके की हो जाता? रूट, तो बराबर आ गया 10 किलोमीटर, कि 10 किलोमीटर वो अपने आरंभिक बिंदु तो दूर आ इन्नी दूरी 10 किलोमीटर आई आ। तो ऑप्शन सी इज़ द राइट आंसर। नैक्सट है जी उस रेखा चित्र की पछाण करो जिहड़ा पैटर्न नूं संपूर्ण करे। आप बना लैंदे आ, एक तो सानूं ये चाहिए, ठीक है। बाकी ये तो ये दोनों की आ एक दूजे के आमो सामने आ, पर यह जो इन्हों का फेस आ जो ओपोजिट बन रहा इस टाइप का। तो ये टाइप देखो कि ऑप्शन च पई आ, ये टाइप मिल रही है मैनू जी, कली ए ऑप्शन च ही मिल रही है। ए ऑप्शन च ऑप्शन ए 1 राइट आंसर है, देख लें 1 ए ऑप्शन ही है।
ਤਾਂ ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਟੋਟਲ ਤੁਹਾਡਾ 70 MCQ ਦਾ ਮੌਕ ਟੈਸਟ ਹੋਇਆ। ਕਿੰਨੇ MCQ ਸਹੀ ਗਏ ਆ ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।